चिहन आर बरन जात, आर पात नहन जिह। रूप रंग आर रेख भेख, को कह ना सकत किह। अचल मूरत अनभव प्रकाश, अमितोज कह जय। कोट इंद्र इंद्राण, शाह शाहान गणजय। तेर भवन महीप, सुर नर असुर। नेत नेत बन तरण कहत, तव सर्व नाम कथै। कवन करम वर्णत सुमत। महाबुद्ध प्रभ तुष हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु जी। एह मन शक्ति एह मन सियो, एह मन पंच तत्व को जियो। एह मन शक्ति एह मन सियो, एह मन पंच तत्व को जियो। एह मन ले जाओ उन मन रहा, तो तीन लोक की बाता कहा। एह मन ले जाओ उन मन रहा, तो तीन लोक की बाता कहा। वाहिगुरु जी का खालसा, वाहिगुरु जी की फतेह। परम सत्कारयोग सतगुरु जी दे पावन पवित्र दरबार अंदर जुड़ बैठे गुरु रूप सतसंगी जनों, उस मालिक ओ रहबर ओ साहिब ए कमाल सतगुरु, दीन दुनिया दे मालक धन धन साहिब श्री गुरु गोबिंद सिंह जी महाराज, शमशेर बहादुर वालीए कुल आलम सतगुरु जी दे पावन पवित्र स्थान ते चल रही लड़ीवार गुरबाणी दी कथा विचार आप सरवण कर रहे हो। आप सब वडभागे हो जो कि सतगुरु जी दे पावन पवित्र दरबार अंदर उपस्थित हो करके सतगुरु की इलाही बाणी दे कीर्तन सरवण कीते, अरदासा बेनतियां सेवा भावना सहित हो करके अपना जीवन सफला कर रहे हो। गुरबाणी दे विच भगत कबीर जी जो 52 अखरी नामी बाणी आई है,
ਉਸ ਦੇ ਬਾਬਤ ਭਗਤ ਕਬੀਰ ਜੀ ਮੌਲਵੀਆਂ ਨੂੰ, ਪੰਡਤਾਂ ਨੂੰ, ਕੁੱਲ ਆਵਾਮ ਨੂੰ ਉਪਦੇਸ਼ ਦੇ ਰਹੇ ਨੇ। ਕਿਉਂਕਿ ਜਿਹੜਾ ਵੀ ਕੋਈ ਰੱਬ ਦਾ ਪਿਆਰਾ ਹੁੰਦਾ ਹੈ, ਜਿਹੜਾ ਪਰਮੇਸ਼ਰ ਦੇ ਵਿੱਚ ਇੱਕ ਮਿਕ ਹੋ ਜਾਂਦਾ ਹੈ, ਦਾਸ ਕਬੀਰ ਚੜਿਓ ਗੜ ਉੱਪਰ, ਰਾਜ ਲਿਓ ਅਬਿਨਾਸੀ। ਨਾਸ ਤੋਂ ਰਹਿਤ ਨੇ। ਦੁਨੀਆ ਦੇ ਜਿਤਨੇ ਵੀ ਰਾਜ ਨੇ ਉਹ ਸਭ ਨਾਸ ਤੋਂ ਨਬੂਦ ਖਤਮ ਹੋਣ ਵਾਲੇ ਨੇ। ਪਰ ਭਗਤ ਕਬੀਰ ਜੀ ਤਾਂ ਉੱਚੀਆਂ ਬਾਹਾਂ ਕਰਕੇ ਪੁਕਾਰ ਪੁਕਾਰ ਕੇ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਦੱਸ ਰਹੇ ਨੇ ਕਿ ਮੇਰੇ ਵਿੱਚ ਤਾਂ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ ਹੈ, ਸਭ ਇੱਕ ਹੀ ਸਰੂਪ ਹੈ ਪਰਮੇਸ਼ਰ ਦਾ। ਇਸ ਕਰਕੇ ਜੋ ਪਰਮੇਸ਼ਰ ਹੈ, ਜੋ ਪਰਮੇਸ਼ਰ ਦਾ ਸਰੂਪ ਹੋ ਗਿਆ, ਜੋ ਪਰਮੇਸ਼ਰ ਦੀ ਹੋਂਦ ਹੀ ਹੋ ਗਿਆ, ਉਸ ਦਾ ਉਪਦੇਸ਼ ਵੀ ਸਾਰਿਆਂ ਦੇ ਵਾਸਤੇ ਹੀ ਸਾਂਝਾ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰੂ ਨਾਨਕ ਪਾਤਸ਼ਾਹ ਦਾ ਇਤੀ ਆਦਿਕ ਜਿਤਨੇ ਵੀ ਭਗਤ ਸੰਤ ਹੋਏ ਹਨ, ਉਹਨਾਂ ਸਾਰਿਆਂ ਦਾ ਉਪਦੇਸ਼ ਕੁੱਲ ਆਵਾਮ ਦੇ ਵਾਸਤੇ। ਜਿਵੇਂ ਕਿਸੇ ਮਹਾਂਪੁਰਖ ਨੂੰ ਕਿਸੇ ਕਿਹਾ ਸੀ ਜੀ, ਤੁਹਾਨੂੰ ਅਸੀਂ ਆਪਣੇ ਏਰੀਏ ਦੇ ਨਾਮ ਤੇ ਖਿਤਾਬ ਦੇਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਤੁਹਾਨੂੰ ਖਿਤਾਬ ਦੇ ਕੇ ਇਸ ਏਰੀਏ ਦੇ ਸੰਤ ਥਾਪਿਆ ਜਾਏ। ਉਹਨਾਂ ਕਿਹਾ ਵੀ ਇਹ ਖਿਤਾਬ ਦੇਣ ਤੋਂ ਪਹਿਲਾਂ ਮੇਰੀ ਵੀ ਕੋਈ ਬੇਨਤੀ ਸੁਣ ਲਓ ਕਿ ਕੀ ਸੰਤ ਇੱਕ ਕਿੱਤੇ ਦਾ ਹੁੰਦਾ ਹੈ, ਜਾਂ ਸੰਤ ਇੱਕ ਨਗਰ ਦਾ ਹੀ ਹੁੰਦਾ ਹੈ, ਜਾਂ ਸੰਤ ਇੱਕ ਪ੍ਰਦੇਸ਼ ਦਾ ਹੁੰਦਾ ਹੈ, ਜਾਂ ਸੰਤ ਇੱਕ ਭਾਰਤ ਵਰਸ਼ ਦਾ, ਇਸ ਦੇਸ਼ ਦਾ ਹੈ। ਸੰਤ ਤਾਂ ਕੁੱਲ ਆਵਾਮ ਦੇ ਵਾਸਤੇ ਇੱਕ ਹੈ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ, ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼, ਭਗਤ ਕਬੀਰ ਜੀ ਦਾ ਜੋ 52 ਅੱਖਰੀ ਦੇ ਵਿੱਚ ਉਪਦੇਸ਼ ਹੈ, ਇਹ ਤਾਂ ਸਾਰਿਆਂ ਦੇ ਵਾਸਤੇ ਹੀ ਹੈ। ਧਰਮ ਤਾਂ ਸਾਰਿਆਂ ਦਾ ਹੀ ਇੱਕ ਹੈ। ਬਾਈਬਲ ਹੈ, ਕੁਰਾਨ ਹੈ, ਇਤਿਹਾਦਿਕ ਜਿਤਨੇ ਵੀ ਗ੍ਰੰਥ ਨੇ, ਧਰਮ ਸਭ ਦਾ ਤਕਰੀਬਨ ਇੱਕ ਹੀ ਹੈ। ਪਰ ਉਸ ਦੇ ਵਿੱਚ ਜੋ ਵਿਸ਼ੇ ਨੇ, ਜੋ ਅੱਡ-ਅੱਡ ਤਰੀਕੇ ਦੀਆਂ ਉਸ ਦੇ ਨਿਯਮ ਨੇ, ਉਹ ਵੱਖਰੇ ਹੋ ਸਕਦੇ ਨੇ, ਪਰ ਕਿਧਰੇ ਨਾ ਕਿਧਰੇ ਧਰਮ ਹੈ ਜਿਹੜਾ, ਉਹ ਸਭ ਦਾ ਇੱਕ ਹੀ ਹੈ। ਇਸ ਕਰਕੇ ਭਗਤ ਕਬੀਰ ਜੀ 52 ਅੱਖਰੀ ਬਾਣੀ ਦੇ ਵਿੱਚ ਕੁੱਲ ਸੰਗਤਾਂ ਨੂੰ, ਕੁੱਲ ਆਵਾਮ ਨੂੰ, ਉਸ ਵੇਲੇ ਦੇ ਬੈਠੇ ਜਿਹੜੇ ਮੌਜੂਦ ਪੰਡਤ ਸੀਗੇ, ਜਿਨ੍ਹਾਂ ਦੇ ਸਵਾਲਾਂ ਦਾ ਜਵਾਬ ਵੀ ਭਗਤ ਕਬੀਰ ਜੀ ਦੇ ਰਹੇ ਹੈ, ਉਸ ਬਾਣੀ ਦੀ ਕਥਾ ਆਪਾਂ ਲੜੀਵਾਰ ਉਸ ਦੇ ਉੱਤੇ ਵਿਚਾਰ ਕਰੀਏ, ਸਰਵਣ ਕਰੀਏ। ਗੁਰੂ ਪਾਤਸ਼ਾਹ ਸਮਤ ਬਖਸ਼ਣ, ਕਿਰਪਾ ਕਰਨ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਹ ਮਨ ਸ਼ਕਤੀ, ਇਹ ਮਨ ਸਿਓ। ਭਗਤ ਕਬੀਰ ਜੀ ਇੱਕ ਇੱਕ ਸ਼ਬਦ ਦੇ ਉੱਤੇ ਬੜਾ ਉਸ ਦਾ ਵਿਸਥਾਰ, ਬੜਾ ਵਿਸ਼ਾਲ ਇਹ ਜੋ 52 ਅੱਖਰੀ ਬਾਣੀ ਹੈ, ਬੜੀ ਗੰਭੀਰ ਇਸ ਦੀ ਵਿਚਾਰ ਹੈ। ਕਿਉਂਕਿ ਹੋਰ ਦੁਨੀਆ ਦੇ ਵਿੱਚ ਇਹ ਚੀਜ਼ਾਂ ਸਾਨੂੰ ਨਹੀਂ ਮਿਲਦੀਆਂ। ਹੋਰ ਧਰਮ ਪਖੰਡਾਂ ਦੇ ਵਿੱਚ ਜਿਹੜੇ ਕੋਈ ਕਰਮ ਬਣ ਜਾਂਦੇ ਹੈ, ਸਾਨੂੰ ਦੇਖੋ ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਦੇਵ ਮਹਾਰਾਜ ਸਾਨੂੰ 12 ਮਾਹ ਦੀ ਬਾਣੀ ਦਿੰਦੇ ਆ, ਤਾਂ ਉਸ ਦੇ ਵਿੱਚ 12 ਮਹੀਨਿਆਂ ਦਾ ਵੱਖਰਾ ਵੱਖਰਾ ਉਪਦੇਸ਼ ਹੈ। ਫਿਰ ਸੰਸਾਰ ਦੇ ਵਿੱਚ ਇਹ ਚੀਜ਼ਾਂ ਦਾ ਬੜਾ ਪਖੰਡ ਚੱਲਦਾ ਹੈ, ਬੜਾ ਲੋਕ ਡਰੇ ਹੋਏ ਨੇ ਵੀ ਵੀਰਵਾਰ ਵਾਲਾ ਦਿਨ ਚੰਗਾ ਹੈ, ਮੰਗਲਵਾਰ ਵਾਲਾ ਦਿਨ ਚੰਗਾ ਹੈ, ਪਰ ਸ਼ਨੀਚਰ ਦਾ ਜਿਹੜਾ ਦਿਨ ਹੈ ਉਹ ਚੰਗਾ ਨਹੀਂ। ਬਹੁਤ ਸਾਰੇ ਦਿਨ ਹੈ ਜਿਹੜੇ ਉਹ ਵੱਖਰੀਆਂ ਵੱਖਰੀਆਂ ਸਮਾਜਾਂ ਦੇ ਵਿੱਚ ਚੰਗੇ ਨਹੀਂ ਮੰਨੇ ਜਾਂਦੇ। ਅੰਗਰੇਜ਼ਾਂ ਦੇ ਵਿੱਚ ਜਿਹੜੇ ਗਿਣਤੀ ਦੇ ਅੱਖਰ ਨੇ, ਉਹ ਕੁਝ ਅੱਖਰਾਂ ਨੂੰ ਚੰਗਾ ਮੰਨਦੇ ਨੇ, ਕੁਝ ਨੂੰ ਚੰਗਾ ਨਹੀਂ ਮੰਨਦੇ।
13 ਅੱਖਰ ਦੇ ਨਾਲ ਉਹਨਾਂ ਦਾ ਵੈਰ ਹੈ। ਜਿਹੜੇ ਈਸਾਈ ਧਰਮ ਦੇ ਲੋਕ ਨੇ ਉਹ 13 ਅੱਖਰ ਨੂੰ ਬਿਲਕੁਲ ਵੀ ਨਹੀਂ ਮੰਨਦੇ। ਜਿਹੜਾ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਚੰਡੀਗੜ੍ਹ ਸ਼ਹਿਰ ਹੈ ਉਸ ਦੇ ਵਿੱਚ 13 ਸੈਕਟਰ ਹੀ ਹੈ ਨਹੀਂ। ਉਸ ਦਾ ਕਾਰਨ ਹੈ ਕਿ ਜਿਹੜਾ ਜੀਸਸ ਸੀ ਉਸ ਦੇ 13 ਚੇਲੇ ਸਨ, ਤੇ ਜਦੋਂ ਉਹਨੂੰ ਸੂਲੀ ਤੇ ਚੜਾਉਣ ਲੱਗੇ ਤਾਂ ਸੂਲੀ ਤੇ ਚੜਾਉਣ ਤੋਂ ਪਹਿਲਾਂ ਉਹਨਾਂ ਕਿਹਾ ਵੀ ਜੀਸਸ ਨੂੰ ਚੜਾਉਣ ਤੋਂ ਪਹਿਲਾਂ ਇਹਦੇ ਚੇਲਿਆਂ ਨੂੰ ਚੜਾਓ। ਸਾਡੇ ਬਜ਼ੁਰਗਾਂ ਨੇ, ਸਾਡੇ ਸਿਆਣੇ ਸਤਿਪੁਰਖੇ ਮਹਾਂਪੁਰਖਾਂ ਨੇ ਇਹ ਜੋ ਵਿਚਾਰਾਂ ਸਾਨੂੰ ਦਿੱਤੀਆਂ, ਜਿਹੜੀਆਂ ਕੁਝ ਕਹਾਵਤਾਂ ਸਾਨੂੰ ਦਿੱਤੀਆਂ ਵੀ ਨਾ ਤੂੰ 3 ਚੋਂ ਤੇ ਨਾ ਤੂੰ 13 ਚੋਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪੁਰਬ ਚੱਲ ਰਿਹਾ ਹੈ, ਸ਼ਤਾਬਦੀ ਦਿਵਸ ਚੱਲ ਰਹੇ ਨੇ। ਉਹਨਾਂ ਦੇ 3 ਸ਼ਾਗਿਰਦ ਸਨ, 3 ਸਿੱਖ ਸਨ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ। ਉਹਨਾਂ ਦੇ ਨਾਲ ਵੀ ਔਰੰਗਜ਼ੇਬ ਨੇ ਐਸਾ ਹੀ ਕੀਤਾ ਵੀ ਪਹਿਲਾਂ ਇਹਨਾਂ ਤਿੰਨਾਂ ਨੂੰ ਇਹਨਾਂ ਦੇ ਗੁਰੂ ਦੇ ਸਾਹਮਣੇ ਸ਼ਹੀਦ ਕੀਤਾ ਜਾਵੇ। ਆਪ ਸਭ ਇਤਿਹਾਸ ਤੋਂ ਜਾਣੂ ਹੋ ਵੀ ਕਿੰਨੇ ਦੁੱਖ ਭਰੇ ਅੱਤ ਦੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ। ਪਰ ਜਦੋਂ ਮਤੀ ਦਾਸ ਨੂੰ ਉਹਨੇ ਸਵਾਲ ਕੀਤਾ ਵੀ ਦੇਖ ਤੇਰੇ ਸਾਹਮਣੇ ਇਹ ਤੇਰੇ ਨਾਲ ਦੇ 2 ਸਿੱਖ ਸਨ ਜਿਹੜੇ ਸ਼ਹੀਦ ਕਰ ਦਿੱਤੇ ਨੇ, ਤੇ ਤੂੰ ਕੋਈ ਆਪਣੀ ਆਖਰੀ ਇੱਛਾ ਦੱਸ। ਜਲਾਦਾ ਆਖਿਆ ਸੁਣ ਓਏ ਮਤੀ ਦਾਸਾ, ਜੇ ਤੇਰੀ ਕੋਈ ਆਖਰੀ ਇੱਛਾ ਹੱਲ ਹੋਵੇ, ਜੋ ਤੂੰ ਚਾਹੇ ਉਹ ਤੂੰ ਪਾ ਸਕਦਾ, ਉਹ ਹਾਜ਼ਰ ਹੀ ਇਸੇ ਪਲ ਹੋਵੇ। ਮਤੀ ਦਾਸ ਮੁੜ ਅੱਗੋਂ ਜਵਾਬ ਦਿੱਤਾ ਵੀ ਜੇ ਮੇਰੀ ਆਖਰੀ ਇੱਛਾ ਹੱਲ ਹੋਵੇ, ਜੋ ਮੈਂ ਚਾਹਾਂ ਜੇ ਉਹ ਮੈਂ ਪਾ ਸਕਾਂ, ਜੇ ਉਹ ਹਾਜ਼ਰ ਹੀ ਇਸੇ ਪਲ ਹੋਵੇ, ਮੇਰੇ ਸੀਸ ਉੱਤੇ ਜਦੋਂ ਚੱਲੇ ਆਰਾ ਤੇ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ। ਇਹ ਸਿੱਖ ਦੀ ਅਖੀਰਲੀ ਇੱਛਾ ਹੈ। ਭਾਵ ਕਿ ਇਹ 3 ਸਨ ਜਿਨ੍ਹਾਂ ਨੇ ਆਪ ਗੁਰੂ ਦੇ ਸਮਰਪਿਤ ਭੇਟ ਕਰ ਦਿੱਤਾ, ਤੇ ਉਹ 13 ਸੀਗੇ ਜੀਸਸ ਦੇ ਚੇਲੇ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਭੱਜ ਗਏ। ਆਪਣੇ ਇਸ਼ਟ ਦੇ ਨਾ ਹੋ ਸਕੇ, ਉਹ ਅੰਗਰੇਜ਼ਾਂ ਨੂੰ 13 ਤੋਂ ਨਫ਼ਰਤ ਹੋ ਗਈ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਹਮੇਸ਼ਾ ਹੀ ਉਪਦੇਸ਼ ਦਿੰਦੇ ਹੈ। ਭਗਤ ਕਬੀਰ ਜੀ ਮੰਮੇ ਅੱਖਰ ਰਾਹੀਂ ਇਹ ਉਪਦੇਸ਼ ਦੇ ਰਹੇ ਹੈ ਕਿ ਇਹ ਮਨ ਸ਼ਕਤੀ, ਇਹ ਮਨ ਜੀਓ। ਇਹ ਜਿਹੜਾ ਮਨ ਹੈ ਭਗਤ ਕਬੀਰ ਜੀ, ਇਹ ਜਿਹੜਾ ਮਨ ਦਾ ਵਿਸ਼ਾ ਹੈ ਨਾ, ਇਸ ਦੇ ਉੱਤੇ ਬਹੁਤ ਵੱਡੇ ਫਿਲਾਸਫਰ, ਸੰਤ, ਭਗਤ, ਗੁਰਸਿੱਖਾਂ ਦੇ, ਗੁਰੂ ਸਾਹਿਬਾਂ ਦੀ ਜੋ ਬਾਣੀ ਹੈ, ਮਨ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਕਿਉਂਕਿ ਅੱਜ ਕੱਲ੍ਹ ਸੁਭਾਵਿਕ ਹੀ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਜੈਸਾ ਅੰਨ ਵੈਸਾ ਮਨ, ਜੈਸੀ ਸੰਗਤ ਵੈਸੀ ਰੰਗਤ। ਭਾਵ ਕਿ ਜਿਹੜਾ ਮਨ ਹੈ ਉਹ ਦੁਨੀਆ ਦੀਆਂ ਜਿਹੜੀਆਂ ਤੁੱਛ ਚੀਜ਼ਾਂ ਨੇ ਉਹਨਾਂ ਦਾ ਪ੍ਰਭਾਵ ਜੋ ਨਾਟਕ ਚੇਟਕ ਹੈ ਉਹਨਾਂ ਨੂੰ ਬਹੁਤ ਜਲਦੀ ਕਬੂਲਦਾ ਹੈ। ਇਹ ਮਨ, ਇਸ ਮਨ ਦੇ ਬਾਰੇ ਤਾਂ ਬਹੁਤ ਸਾਰੇ ਵਿਚਾਰ ਹੈ। ਇਹ ਮਨ ਸ਼ਕਤੀ ਹੈ ਕਿਉਂਕਿ ਇਹ ਮਾਇਆ ਦਾ ਹੀ ਸਰੂਪ ਹੈ। ਪਰ ਇਸ ਮਨ ਦੇ ਬਾਰੇ ਥੋੜਾ ਹੋਰ ਵਿਸਥਾਰ ਕਰਾਂ ਤਾਂ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਕਿ ਇਹ ਮਨ ਆ ਨਾ ਜਿਹੜਾ, ਇਹ ਪਹਿਲਾਂ ਨਹੀਂ ਸੀ। ਜਦੋਂ ਸਰੀਰ ਸੀਗਾ ਪੇਟ ਵਿੱਚ, ਗਰਭ ਦੇ ਵਿੱਚ, ਉਦੋਂ ਆਤਮਾ ਸੀ, ਉਦੋਂ ਇਸ ਦੇ ਕਰਮ ਨਾਲ ਸੀਗੇ, ਪਰ ਇਹ ਮਨ ਨਹੀਂ ਸੀ। ਇਹ ਮਨ ਜਿੰਨਾ ਚਿਰ ਤੱਕ ਇਸ ਦਾ ਜਨਮ ਨਹੀਂ ਹੋਇਆ ਉਹਨਾਂ ਚਿਰ ਤੱਕ ਇਸ ਮਨ ਦਾ ਕੋਈ ਕੰਮ ਨਹੀਂ। ਇਹ ਮਨ 5 ਤੱਤਾਂ ਦਾ ਜੀ ਹੈ। ਇਹ ਮਨ 5 ਤੱਤ ਕੋ ਜੀਓ, ਅੱਗੇ ਪੰਕਤੀ ਆਵੇਗੀ। ਇਹ ਜਿਹੜਾ ਮਨ ਹੈ, ਜਦੋਂ ਬਾਲਕ ਦਾ ਜਨਮ ਹੁੰਦਾ ਹੈ ਤਾਂ ਉਸ ਦੇ ਜਨਮ ਤੇ ਵਿਦਵਾਨ ਵੇਦਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਇਹ ਬਚਨ ਆਏ ਨੇ ਵੀ ਜਦੋਂ ਉਸ ਦਾ ਜਨਮ ਹੁੰਦਾ ਹੈ ਤਾਂ ਉਹ ਜਿਹੜਾ ਬਾਲਕ ਪਹਿਲਾ ਸਾਹ ਲੈਂਦਾ ਹੈ, ਜਦੋਂ ਪਹਿਲਾ ਸਾਹ ਲੈਣ ਤੋਂ ਬਾਅਦ
ਫਿਰ ਉਸ ਦੇ ਅੰਦਰ ਜਿਹੜੀ ਧੁਨੀ ਦੀ ਉਤਪੰਨੀ ਹੁੰਦੀ ਹੈ, ਧੁਨੀ ਭਾਵ ਕੀ ਰੋਣ ਲੱਗ ਪੈਂਦਾ ਹੈ। ਰੋਣ ਤੋਂ ਬਾਅਦ ਵਿੱਚ ਫਿਰ ਇਸ ਮਨ ਦਾ ਉਸ ਵੇਲੇ ਜਨਮ ਹੁੰਦਾ ਹੈ। 4 ਜਨਮ ਉਸ ਵੇਲੇ ਲਿਖੇ ਨੇ ਵੇਦਾਂ ਵਿੱਚ, ਗ੍ਰੰਥਾਂ ਦੇ ਵਿੱਚ, ਵੀ ਬੱਚੇ ਦੇ ਜਨਮ ਹੋਣ ਤੇ 4 ਜਨਮ ਹੁੰਦੇ। ਇੱਕ ਤਾਂ ਉਸ ਆਤਮਾ ਦਾ, ਆਤਮਾ ਤਾਂ ਅਮਰ ਹੈ, ਉਹ ਸਰੀਰ ਦੀ ਬਨਾਵਟ ਦੇ ਰੂਪ ਦੇ ਵਿੱਚ। ਇੱਕ ਮਾਤਾ ਦਾ, ਇਦਾਂ ਦੇ ਨਾਲ ਇਹਨਾਂ ਦਾ ਵਿਸਥਾਰ ਹੈ 4 ਜਨਮ ਉਸ ਵੇਲੇ ਦੇ। ਉਹਨਾਂ ਦਾ ਵਿਸਥਾਰ ਕਰਦਿਆਂ ਭਾਵ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਲ ਵਰਤਾਇਆ। ਇਹ ਮਨ ਸ਼ਕਤੀ, ਇਹ ਮਨ ਬੜਾ ਸ਼ਕਤੀਵਾਨ ਹੈ, ਕਿਉਂਕਿ ਮਨੁੱਖ ਜਦ ਵੀ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਭਜਨ ਕਰਦਾ ਹੈ, ਤਾਂ ਇਹ ਮਨ ਦਾ ਕਰਕੇ ਹੀ ਹੋ ਸਕਦਾ ਹੈ। ਕਈ ਵਾਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਉਹ ਸਾਖੀ ਆਉਂਦੀ ਹੈ ਰਾਜਿਆਂ ਦਾ, ਮਹਾਰਾਜ ਨਵਾਜ਼ ਪੜ੍ਹਨ ਉਹਨਾਂ ਦੇ ਨਾਲ ਚਲੇ ਗਏ ਤੇ ਉਹ ਕਾਬਲ ਕੰਧਾਰ ਦੇ ਵਿੱਚ ਘੋੜੇ ਖਰੀਦਦੇ ਸਨ। ਮਹਾਰਾਜ ਕਹਿੰਦੇ ਨਵਾਜ਼ ਦਾ ਤੁਸੀਂ ਪੜ੍ਹੀ ਨਹੀਂ, ਭਾਵ ਕਿ ਉੱਥੇ ਉਹਨਾਂ ਦਾ ਮਨ ਨਹੀਂ। ਜਿੰਨਾ ਚਿਰ ਤੱਕ ਮਨ ਨਾਲ ਨਹੀਂ, ਉਹਨਾਂ ਚਿਰ ਤੱਕ ਇਹ ਕਾਜ ਨੇ ਜਿਹੜੇ ਉਹ ਸੰਪੂਰਨ ਨਹੀਂ ਮੰਨੇ ਜਾਂਦੇ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੈ ਸਿੱਧ ਹੋਏ। ਇਹ ਸਾਰੇ ਮਨ ਦਾ ਹੀ ਰੌਲਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਇੱਕ ਸਾਖੀ ਆਉਂਦੀ ਹੈ ਵੀ ਕੁਝ ਸਿੱਖ ਸਨ ਮਹਾਰਾਜ ਦੇ ਕੋਲ ਆਏ ਤੇ ਪਹਿਰੇ ਦੇ ਉੱਤੇ ਡਿਊਟੀ ਦਿੰਦੇ ਸਨ। ਪਹਿਰੇ ਤੇ ਡਿਊਟੀ ਕੁਝ ਸਿੱਖ ਦੇ ਰਹੇ ਨੇ ਤੇ ਕੁਝ ਸਿੱਖਾਂ ਨੇ ਸੋਚਿਆ ਵੀ ਨੇੜੇ ਇੱਕ ਮੇਲਾ ਲੱਗਾ ਹੈ, ਆਪਾਂ ਚੱਲ ਕੇ ਉਸ ਮੇਲੇ ਦਾ ਕੁਝ ਨਜ਼ਾਰਾ ਦੇਖ ਕੇ ਆਈਏ, ਕੁਝ ਬਾਜ਼ੀਆਂ ਦੇਖ ਕੇ ਆਈਏ, ਕੁਝ ਖਿਡੌਣੇ ਦੇਖ ਕੇ ਆਈਏ। ਉੱਥੇ ਖੇਡਾਂ ਹੋਣੀਆਂ ਨੇ, ਕਬੱਡੀਆਂ ਹੋਣੀਆਂ ਨੇ, ਘੋਲ ਹੋਣੇ ਨੇ ਬੜੇ ਬੜੇ ਤਗੜੇ, ਤੇ ਆਪਾਂ ਚੱਲ ਕੇ ਉਸ ਖੇਡ ਨੂੰ ਦੇਖ ਕੇ ਆਈਏ। ਹੁਣ ਦੋਵਾਂ ਨੇ ਵਿਚਾਰ ਕੀਤੀ ਵੀ ਆਪਾਂ ਛੁੱਟੀ ਲਈਏ ਜਾਂ ਨਹੀਂ। ਉਹ ਕਹਿੰਦੇ ਵੀ ਕੋਈ ਨਹੀਂ ਗੱਲ, ਗੁਰੂ ਤੋਂ ਆ ਕੇ ਖਿਮਾ ਮੰਗ ਲਾਂਗੇ। ਇਦਾਂ ਹੀ ਬਿਨਾਂ ਪੁੱਛਿਆ ਹੀ ਚਲੇ ਗਏ, ਬਗੈਰ ਆਗਿਆ ਤੋਂ। ਤੇ 2 ਸੀਗੇ ਜਿਹੜੇ ਉਹ ਪਹਿਰੇ ਤੇ ਰਹਿ ਗਏ ਤੇ 2 ਮੇਲਾ ਵੇਖਣ ਚਲੇ ਗਏ। ਜਦੋਂ ਉਹ ਮੇਲਾ ਵੇਖਣ ਗਏ, ਵੇਖ ਤਾਂ ਮੇਲਾ ਰਹੇ ਨੇ, ਪਰ ਜਿਹੜਾ ਉਹਨਾਂ ਦਾ ਮਨ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਹੈ, ਉਹ ਭੈ ਦੇ ਅਧੀਨ ਹੈ। ਗੁਰੂ ਦਾ ਡਰ ਹੈ ਵੀ ਜੇ ਗੁਰੂ ਸਾਹਿਬ ਨੂੰ ਪਤਾ ਲੱਗਾ ਤਾਂ ਬੜੀ ਡਾਂਟ ਪਵੇਗੀ। ਗੁਰੂ ਸਾਹਿਬ ਦੇ ਬਚਨ ਦੀ ਉਲੰਘਣਾ ਵੀ ਕੀਤੀ ਹੈ ਤੇ ਮਾਨਿਆ ਨਾ, ਜਿਹੜਾ ਕਹਿਣ ਤੋਂ ਭਾਵ ਉਹਨਾਂ ਦਾ ਗੁਰੂ ਚਰਨਾਂ ਦੇ ਵਿੱਚ ਹੀ ਸੀ। ਤੇ ਦੂਜੇ ਜਿਹੜੇ ਸਿੱਖ ਸਨ ਪਹਿਰੇ ਤੇ, ਉਹ ਇਹ ਸੋਚ ਰਹੇ ਨੇ ਵੀ ਉਹ ਜਿਹੜੇ ਗਏ ਨੇ ਉਹਨਾਂ ਨੂੰ ਤੇ ਡਾਂਟ ਪਵੇਗੀ। ਹੁਣ ਉਹਨਾਂ ਦਾ ਮਨ ਸੀਗਾ ਜਿਹੜਾ ਉਹ ਪਹਿਰੇ ਤੇ ਵੀ ਨਹੀਂ। ਕਈ ਵਾਰ ਸੁਭਾਵਿਕ ਹੀ ਮਨੁੱਖ ਬੈਠਾ ਹੁੰਦਾ ਹੈ, ਸਾਹਮਣੇ ਉਹ ਬੰਦਾ ਸਤਿ ਸ੍ਰੀ ਅਕਾਲ ਫਤਿਹ ਬੁਲਾ ਕੇ ਵੀ ਲੰਘ ਜਾਂਦਾ ਹੈ, ਤਾਂ ਉਹ ਕਹਿੰਦੇ ਵੀ ਹੁਣੇ ਤਾਂ ਅਜੇ ਮੈਂ ਤੁਹਾਨੂੰ ਫਤਿਹ ਬੁਲਾਈ। ਉਹ ਕਹਿੰਦੇ ਵੀ ਮੇਰਾ ਧਿਆਨ ਨਹੀਂ ਸੀ, ਮੇਰਾ ਮਨ ਹੋਰ ਪਾਸੇ ਲੱਗਾ ਸੀ। ਬੇਨਤੀ ਕਰਨ ਤੋਂ ਭਾਵ ਵੀ ਜਿਹੜੀ ਸੇਵਾ ਹੈ, ਜਿਹੜਾ ਸਿਮਰਨ ਹੈ, ਜਿਹੜਾ ਭਜਨ ਹੈ, ਗੁਰੂ ਕੇ ਚਰਨਾਂ ਦੇ ਵਿੱਚ ਜਿਹੜੀ ਅਰਦਾਸ ਬੇਨਤੀ ਹੈ, ਇਹ ਸਭ ਕੁਝ ਮਨ ਦੀ ਇਕਾਗਰਤਾ ਚਾਹੁੰਦੀਆਂ ਨੇ ਕਿ ਮਨ ਦੀ ਇਕਾਗਰਤਾ ਅਤੀ ਲਾਜ਼ਮੀ ਹੈ। ਹੁਣ ਉਹ ਸਿੱਖ ਆਏ, ਅੰਮ੍ਰਿਤ ਵੇਲਾ ਹੋਇਆ, ਜਿਵੇਂ ਇੱਥੇ ਆਪਾਂ ਦਰਸ਼ਨ ਕਰਦੇ ਆ, ਅੰਮ੍ਰਿਤ ਵੇਲੇ ਗਾਗਰ ਆਉਂਦੀ ਹੈ, ਸਿੱਖ ਸੰਗਤਾਂ ਦਰਸ਼ਨ ਕਰਦੀਆਂ ਨੇ। ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਗੁਰੂ ਸਾਹਿਬ ਦਰਸ਼ਨ ਦੇ ਰਹੇ। ਸਤਿਗੁਰੂ ਜੀ ਸੁਭਾਵਿਕ ਹੀ ਬਚਨ ਕੀਤਾ ਹੈ ਵੀ ਗੈਰ ਹਾਜ਼ਰ ਹਾਜ਼ਰ ਤੇ ਹਾਜ਼ਰ ਗੈਰ ਹਾਜ਼ਰ। ਇਦਾਂ ਦਾ ਜਦੋਂ ਬਚਨ ਸਤਿਗੁਰੂ ਜੀ ਕੀਤਾ ਤੇ ਸਿੱਖਾਂ ਕਿਹਾ ਵੀ ਸਤਿਗੁਰੂ ਜੀ ਇਹ ਆਪ ਜੀ ਦੀ ਕੀ ਰਮਜ਼ ਹੈ ਕਿ ਆਪ ਜੀ ਇੱਕ ਹੀ ਬਚਨ ਬਾਰ-ਬਾਰ ਕਰ ਰਹੇ ਹੋ ਕਿ ਗੈਰ ਹਾਜ਼ਰ ਹਾਜ਼ਰ ਤੇ ਹਾਜ਼ਰ ਗੈਰ ਹਾਜ਼ਰ। ਵੀ ਜਿਹੜੇ ਗੈਰ ਹਾਜ਼ਰ ਨੇ ਉਹ ਹਾਜ਼ਰ ਨੇ ਤੇ ਹਾਜ਼ਰ ਕੌਣ ਨੇ? ਮਹਾਰਾਜ ਆਪ ਜੀ ਖੁੱਲ ਕੇ ਗੱਲ ਦੱਸੋ। ਮਹਾਰਾਜ ਨੇ ਸਿੱਖਾਂ ਨੂੰ ਬੁਲਾਇਆ, ਬੁਲਾ ਕੇ ਬਚਨ ਕੀਤਾ, ਭਾਈ ਤੁਸੀਂ ਬੇਸ਼ੱਕ ਰਾਤ ਨੂੰ ਪਹਿਰੇ ਤੇ ਨਹੀਂ ਸੋ, ਪਰ ਤੁਹਾਡੀ ਮਨ ਕਰਕੇ ਹਾਜ਼ਰੀ ਇੱਥੇ ਲੱਗ ਰਹੀ ਸੀ ਤੇ ਇਸ ਕਰਕੇ ਤੁਸੀਂ ਹਾਜ਼ਰ ਸੋ। ਤੇ ਜਿਹੜੇ ਉੱਥੇ ਹਾਜ਼ਰ ਸਨ ਉਹਨਾਂ ਨੂੰ ਬਚਨ ਕੀਤਾ ਤੁਸੀਂ ਸਰੀਰ ਕਰਕੇ ਹਾਜ਼ਰ ਸੋ, ਪਰ ਤੁਹਾਡਾ ਮਨ ਇੱਥੇ ਹਾਜ਼ਰ ਨਹੀਂ ਸੀ, ਤੁਹਾਡਾ ਮਨ ਮੇਲੇ ਵਿੱਚ ਸੀ ਵੀ ਉਹ ਕਿੱਦਾਂ ਦਾ ਮੇਲਾ ਵੇਖ ਰਹੇ ਹੋਣਗੇ। ਇਸ ਕਰਕੇ ਗੁਰੂ ਦੇ ਦਰ ਦੇ ਉੱਤੇ ਮਨ ਦੀ ਜਿਹੜੀ ਹਾਜ਼ਰੀ ਹੈ ਉਹ ਪ੍ਰਵਾਨ ਹੈ। ਮਨ ਦੇ ਨਾਲ ਹੀ ਸਾਰੇ ਕਾਰਜ ਨੇ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਸਿਓ
ਕਹੇ ਕਬੀਰਾ ਮਨਸਾ ਮਿਲਿਆ ਨਾ ਕੋ। ਇਹ ਮਨ ਦੀ ਤਾਂ ਗੱਲ ਹੈ। ਘਰ ਦੇ ਵਿੱਚ ਦੋ ਜੀ ਰਹਿੰਦੇ ਨੇ, ਇੱਕ ਦਾ ਜੀ ਕੁਝ ਹੋਰ ਕਰਦਾ ਹੈ, ਇੱਕ ਦਾ ਮਨ ਕੁਝ ਹੋਰ ਕਰਦਾ ਹੈ। ਉੱਥੇ ਵੀ ਮਨ ਦੀ ਖੇਡ ਹੈ। ਇੱਕ ਦਾ ਮਨ ਇਹ ਕਹਿੰਦਾ ਹੈ ਵੀ ਚੱਲ ਗੁਰੂ ਘਰ ਚਲੀਏ, ਤੇ ਦੂਜੇ ਦਾ ਮਨ ਸ਼ੈਤਾਨ ਦੇ ਅਧੀਨ ਹੋ ਗਿਆ। ਜਿਨਨੇ ਬਾਣੀ ਰਾਤ ਨੂੰ ਪੜ੍ਹੀ ਨਹੀਂ, ਜਿਨਨੇ ਆਪਣੇ ਮਨ ਦੇ ਉੱਤੇ ਬਾਣੀ ਦਾ ਪ੍ਰਵਾਹ ਚਲਾਇਆ ਹੀ ਨਹੀਂ, ਉਹਦਾ ਮਨ ਤੇ ਫਿਰ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਨਾ ਕਿ ਜੋ ਸ਼ੈਤਾਨ ਵੰਝਾਇਆ ਸੇ ਕਿਤ ਫੇਰ ਹੈ ਚਿੱਤ। ਵੀ ਜਿਨ੍ਹਾਂ ਦੇ ਮਨ ਨੂੰ ਸ਼ੈਤਾਨ ਨੇ ਆਪਣੇ ਵਸ ਦੇ ਵਿੱਚ ਕਰ ਲਿਆ ਨਾ, ਉਹ ਫਿਰ ਵਸ ਦੇ ਵਿੱਚ ਨਹੀਂ ਆਉਂਦੇ। ਉਹ ਫਿਰ ਗੁਰੂ ਕੀ ਸੰਗਤ ਦੇ ਵਿੱਚ ਆ ਕੇ ਵੀ ਨਾ ਉਹਨਾਂ ਦਾ ਮਨ ਹੈ ਜਿਹੜਾ ਉਹ ਭੈੜੇ ਪਾਸੇ ਹੀ ਰਹਿੰਦਾ ਹੈ। ਜਿਵੇਂ ਮਨ ਦੀ ਗੱਲ ਹੈ ਤਾਂ ਇੱਕ ਮਨੁੱਖ ਸੀ, ਇੱਕ ਚੋਰ ਸੀ। ਉਹ ਸੰਗਤ ਦੇ ਵਿੱਚ ਆ ਗਿਆ ਵੀ ਮੈਂ ਆ ਕੇ ਇੱਥੋਂ ਨਾ ਜੋੜੇ ਚੁੱਕੀਏ। ਹੁਣ ਮਨ ਦੇ ਵਿੱਚ ਤਾਂ ਇਹ ਹੈ ਵੀ ਮੈਂ ਚੋਰੀ ਕਰਨੀ ਹੈ, ਪਰ ਲਿਬਾਸ ਬੜਾ ਸੋਹਣਾ ਹੈ। ਨਾਲ ਦੀ ਨਾਲ ਸੰਗਤਾਂ ਦੇ ਨਾਲ ਧੰਨ ਗੁਰੂ ਰਾਮਦਾਸ ਦੇ ਬਚਨ ਵੀ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਦੀ ਵੀ ਉਪਮਾ ਕਰਦਾ ਹੈ। ਨਾਲ ਦੇ ਨਾਲ ਦਰਸ਼ਨਾਂ ਨੂੰ ਵੀ ਤੁਰਿਆ ਜਾਂਦਾ ਹੈ। ਪਰ ਜਿਹੜਾ ਉਹਦਾ ਮਨ ਹੈ ਉਹ ਚੋਰੀ ਵਾਲੇ ਪਾਸੇ ਹੈ, ਇੱਕ ਤਾਗ ਦੇ ਵਿੱਚ ਹੈ। ਜਿਵੇਂ ਬਗਲੇ ਦਾ ਧਿਆਨ ਹੁੰਦਾ ਹੈ ਨਾ ਵੀ ਕਿਹੜੇ ਵੇਲੇ ਮਛਲੀ ਕਿਹੜੇ ਵੇਲੇ ਡੱਡੂ ਉੱਤੇ ਆਵੇ ਤੇ ਇਹਨੂੰ ਮੈਂ ਖਾਵਾਂ, ਇਦਾਂ ਹੀ ਉਸ ਮਨੁੱਖ ਦਾ ਸੁਭਾਅ ਹੈ। ਇਹ ਮਨ ਦੀ ਹਾਲਤ ਹੈ। ਮਨ ਦੀ ਹਾਲਤ ਇੱਥੇ ਹੀ ਬਸ ਨਹੀਂ, ਵਿਚਾਰ ਮਾਲਾ ਦੇ ਵਿੱਚ ਮਨ ਦੇ ਟਿਕਣ ਦੇ 8 ਲੱਛਣ ਦੱਸੇ ਨੇ। ਜੈਸੇ ਮਰਕਟ ਬ੍ਰਿਸ਼ ਪਰ ਕਬਹੂ ਨਾ ਠੰਡ ਹੋਤ। ਕਹਿੰਦੇ ਵੀ ਜਿਵੇਂ ਬਾਂਦਰ ਹੈ ਨਾ, ਉਹ ਕਦੇ ਇਸ ਟਾਹਣੀ ਤੇ ਜਾਂਦਾ ਹੈ, ਬਹੁਤ ਯਤਨ ਕਹਿੰਦੇ ਨੇ ਵੀ ਉਹਨੇ ਕੀਤੇ, ਪਰ ਇਹ ਜਿਹੜਾ ਮਨ ਹੈ ਇਹ ਬਾਂਦਰ ਵਰਗਾ ਹੈ। ਕਦੇ ਇਸ ਟਾਹਲੀ ਤੇ ਜਾਂਦਾ, ਕਦੇ ਇਸ ਟਾਹਲੀ ਤੇ ਜਾਂਦਾ, ਕਦੇ ਟਿਕਦਾ ਨਹੀਂ। ਫਿਰ ਹੋਰ ਵੀ ਉਦਾਹਰਨਾਂ ਦਿੰਦੇ ਨੇ, ਕਹਿੰਦੇ ਵੀ ਇਹ ਮਨ ਪਿੱਪਲ ਦੇ ਪੱਤੇ ਵਰਗਾ ਹੈ। ਉਹ ਜਿਵੇਂ ਹਵਾ ਚੱਲੇ ਨਾ ਚੱਲੇ ਉਹ ਹਿਲਦਾ ਹੀ ਰਹਿੰਦਾ ਹੈ। ਉਹ ਕਹਿੰਦੇ ਵੀ ਇਹ ਮਨ ਇੰਨਾ ਚੱਲਾ ਹੈ ਵੀ ਜਿਵੇਂ ਝੰਡੇ ਦਾ ਫਰਰਾ ਹੁੰਦਾ ਹੈ, ਉਹਦੇ ਵਾਂਗੂ ਉਹ ਹਿਲਦਾ ਹੀ ਰਹਿੰਦਾ ਹੈ। ਬਹੁਤ ਯਤਨ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਨ। ਇਹ ਮਨ ਵੱਖਰਾ ਵਿਸ਼ਾ। ਮਨ ਉੱਥੇ ਵੀ ਨਹੀਂ ਟਿਕਦਾ। ਉਸ ਵਿਚਾਰ ਮਾਲਾ ਦੇ ਕਰਤਾ ਨੇ ਇਹ ਬਚਨ ਲਿਖੇ ਨੇ ਵੀ ਚਲ ਦਲ ਪੱਤਰ ਪਤਾਕ ਪੱਟ ਦਾਮਨ ਕਸ਼ਪ ਮਾਥ। ਕਹਿੰਦੇ ਵੀ ਇਹ ਮਨ ਇੰਨਾ ਚੰਚਲ ਹੈ ਵੀ ਜਿਵੇਂ ਬਿਜਲੀ ਚਮਕਦੀ ਹੈ ਨਾ ਅਸਮਾਨ ਦੇ ਵਿੱਚ ਬਿਜਲੀ, ਵੀ 1 ਸਕਿੰਟ ਦੇ ਵਿੱਚ ਇੱਥੇ ਤੇ 1 ਸਕਿੰਟ ਦੇ ਵਿੱਚ ਪੰਜਾਬ ਅੰਮ੍ਰਿਤਸਰ, ਦੂਜੇ ਸਕਿੰਟ ਦੇ ਵਿੱਚ ਛਿਨ ਮਾਤਰ ਦੇ ਵਿੱਚ ਬਾਹਰਲੇ ਦੇਸ਼ ਅਮਰੀਕਾ, ਫਿਰ ਕੈਨੇਡਾ। ਇਦਾਂ ਦਾ ਇਹ ਮਨ ਹੈ। ਦਾਮਨ ਕਸ਼ਪ ਮਾਥ, ਕਹਿੰਦੇ ਵੀ ਜਿਵੇਂ ਕੱਛੂ ਕੁੰਮੇ ਦਾ ਮੱਥਾ ਨਹੀਂ ਕਦੇ ਹਿੱਲਣੋਂ ਹਟਦਾ, ਇਹ ਉਹਦੇ ਵਰਗਾ ਸਥਿਰ ਹੈ। ਇਹ ਕਦੇ ਵੀ ਥਿਰ ਨਹੀਂ ਰਹਿੰਦਾ। ਤੇ ਕਹਿੰਦੇ ਕਿ ਭੂਤ ਦੀਪ, ਕਹਿੰਦੇ ਵੀ ਜਿਵੇਂ ਭੂਤਾਂ ਦੀ ਆਤਮਾ ਹੁੰਦੀ ਨਾ, ਉਹ ਭਟਕਦੀ ਰਹਿੰਦੀ ਹੈ। ਵਿਕਾਰੀ ਮਨੁੱਖਾਂ ਦਾ, ਗੁਰੂ ਤੋਂ ਬੇਮੁਖਾਂ ਦਾ, ਜਿਹੜੇ ਗੁਰੂ ਦੀ ਸ਼ਰਨ ਨਹੀਂ ਆਉਂਦੇ, ਉਹਨਾਂ ਦਾ ਮਨ ਉਹ ਭੂਤਾਂ ਦੀ ਆਤਮਾ ਵਰਗਾ ਹੈ। ਹਮੇਸ਼ਾ ਹੀ ਦੁੱਖ ਦੇ ਵਿੱਚ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕਾ ਦਾਸ। ਭਾਵ ਕਿ ਜਿਹਦਾ ਮਨ ਵਿਕਾਰਾਂ ਦੇ ਅਧੀਨ ਹੈ ਉਹ ਤਾਂ ਦੁਖੀ ਹੀ ਹੈ, ਉਹਨੂੰ ਕਦੇ ਸੁਖ ਹੀ ਨਹੀਂ, ਸੁਖ ਹੈ ਹੀ ਨਹੀਂ ਪਰਮੇਸ਼ਰ ਦੇ ਨਾਮ ਤੋਂ ਬਿਨਾ। ਭੂਤ ਦੀਪ, ਭੂਤਾਂ ਦੀ ਆਤਮਾ ਵਾਂਗੂ ਉਹਨਾਂ ਮਨੁੱਖਾਂ ਦਾ ਮਨ ਦੁਖੀ ਹੈ ਤੇ ਉਹ ਭੂਤਾਂ ਦੀ ਆਤਮਾ ਵਾਂਗੂ ਭਟਕਦੇ ਹੈ। ਕਦੇ ਕਿਸੇ ਨੂੰ ਚਿਮੜ ਗਏ, ਉਤੋਂ ਕੁੱਟ ਖਾਦੀ, ਕਦੇ ਕਿਤਿਓਂ ਕੁੱਟ ਖਾਦੀ, ਬਸ ਰਹੇ ਬਹੁਤ ਜੂਨੀਆਂ ਭੋਗੀਆਂ ਉਹਨਾਂ ਨੇ, ਬਹੁਤ ਸਮਾਂ ਦੁੱਖ ਭੋਗੇ। ਤੇ ਦੀਪਕ ਸਿਖਾ, ਜਿਵੇਂ ਦੀਵੇ ਦੀ ਲਾਟ ਕਦੇ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੀ, ਇਦਾਂ ਹੀ ਇਹ ਚਾਰ ਸਵੇਰ ਨੂੰ ਡੋਲ ਮਡੋਲਾ ਹੋ ਹੀ ਜਾਂਦਾ। ਤੇ ਯੋਮਨ ਬਿਰਧ ਅਨਾਥ, ਕਵੀ ਅਨਾਥ ਜੀ ਕਹਿੰਦੇ ਨੇ ਕਿ ਇਹ ਮੇਰੇ ਮਨ ਦੀ ਹਾਲਤ ਐਸੀ ਹੈ ਵੀ ਇਹ ਕਦੇ ਟਿਕਦਾ ਹੀ ਨਹੀਂ। ਤੇ ਭਾਈ ਫਿਰ ਟਿਕੇ ਕਿਵੇਂ? ਕਿਵੇਂ ਇਸ ਮਨ ਦਾ ਟਿਕਾ ਲੱਭੀਏ? ਮਨ ਤੇ ਟਿਕਦਾ ਹੀ ਨਹੀਂ। ਮਨ ਤੇ ਆਈਦਾ ਗੁਰੂ ਘਰ ਹੈ ਤੇ ਪਹੁੰਚ ਘਰ ਜਾਂਦਾ ਹੈ। ਕਰੀ ਦੀ ਅਰਦਾਸ ਹੈ, ਬਾਣੀ ਪੜਨ ਬੈਠੀ ਦਾ ਹੈ ਤੇ ਬੜੇ ਫੁਰਨੇ, ਬੜੇ ਭੈੜੇ ਖਿਆਲ, ਸਾਰੇ ਘਰ ਦੇ ਕੰਮਕਾਜ ਕਰਦਾ ਫਿਰਦਾ ਹੈ। ਮਨ ਨੂੰ ਵਸ ਕਰਨ ਦਾ ਵੀ ਕੋਈ ਸਲੀਕਾ ਹੋਵੇਗਾ, ਕੋਈ ਤਰੀਕਾ ਹੋਵੇਗਾ, ਉਹ ਹੈ
ਗੁਰੂ ਸਾਹਿਬ ਦੱਸਦੇ ਨੇ ਵੀ ਇਹ ਮਨ ਸ਼ਕਤੀ ਹੈ ਜਿਹੜਾ, ਇਹ ਜਿਹੜਾ ਮਨ ਵਸ ਵਿੱਚ ਆਉਣ ਵਾਲਾ ਨਹੀਂ, ਇਹ ਜਿਹੜਾ ਮਨ ਬਹੁਤ ਜ਼ਿਆਦਾ ਪਾਵਰਫੁੱਲ ਹੈ। ਇਸ ਮਨ ਨੂੰ ਵਸ ਕਰਨ ਦੇ ਵਾਸਤੇ ਗੁਰੂ ਕੀ ਬਾਣੀ ਕਹਿੰਦੀ ਹੈ ਕਿ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਦੀ ਪੂਰੀ ਕਿਰਪਾ ਦੇ ਪਾਤਰ ਬਣ ਜਾਈਏ, ਜਿਵੇਂ ਭਾਂਡਾ ਧੋਏ ਭੈਸ ਧੂਪ ਦੇਵੋ ਤੋ ਦੁੱਧੇ ਕੋ ਜਾਓ, ਪਹਿਲਾਂ ਇਸ ਮਨ ਨੂੰ ਮਾਂਜਣਾ ਹੈ। ਕਿਉਂ ਗੁਰੂ ਘਰ ਦੇ ਵਿੱਚ ਆ ਕੇ ਜੋੜਿਆਂ ਦੀ ਸੇਵਾ ਕੀਤੀ ਜਾਂਦੀ ਹੈ? ਸੇਵਾ ਕਰ ਕਰਕੇ ਹੀ ਇਸ ਮਨ ਨੇ ਸਾਫ਼ ਹੋਣਾ ਹੈ। ਜਿੰਨਾ ਚਿਰ ਤੱਕ ਜਦੋਂ ਮਨੁੱਖ ਜੋੜਿਆਂ ਦੀ ਸੇਵਾ ਕਰਦਾ ਹੈ, ਤਾਂ ਪੁਰਾਣੇ ਬਜ਼ੁਰਗ ਨਿਹੰਗ ਸਿੰਘਾਂ ਦੀ ਇਹ ਕਹਾਵਤ ਹੈ ਵੀ ਜਿੰਨਾ ਚਿਰ ਜਿਹੜਾ ਬੜੇ ਸਮੇਂ ਦਾ ਸਰਬਲੋਹ ਦਾ ਬਾਟਾ ਪਿਆ ਹੋਵੇ ਨਾ, ਤਾਂ ਉਹਨੂੰ ਮਾਂਜਣ ਤੇ ਕਿੰਨੀ ਮਿਹਨਤ ਲੱਗਦੀ ਹੈ, ਕਿੰਨਾ ਉਹਦੇ ਵਾਸਤੇ ਯਤਨ ਕਰਨਾ ਪੈਂਦਾ ਹੈ। ਕਹਿੰਦੇ ਵੀ ਉਹਦੇ ਨਾਲੋਂ ਵੀ 100 ਗੁਣਾ ਵੱਧ ਯਤਨ ਹੈ ਜਿਹੜਾ ਇਸ ਮਨ ਨੂੰ ਸੋਧਣ ਦੇ ਵਾਸਤੇ ਕਰਨਾ ਪੈਂਦਾ, ਇਸ ਮਨ ਨੂੰ ਮਾਂਜਣ ਦੇ ਵਾਸਤੇ ਕਰਨਾ ਪੈਂਦਾ ਹੈ। ਹੁਣ ਮਨ ਨੂੰ ਕਿਵੇਂ ਮਾਂਜੀਏ ਜੀ? ਉਹਦੇ ਬਾਟੇ ਸਨ, ਉਹ ਤਾਂ ਮਾਂਜੇ ਗਏ, ਪਰ ਮਨ ਨੂੰ ਵੀ ਮਾਂਜਿਆ ਜਾ ਸਕਦਾ। ਬਾਣੀ ਕਹਿੰਦੀ ਹੈ ਹਾਂ ਮਾਂਜਿਆ ਜਾ ਸਕਦਾ। ਗੁਰੂ ਸਾਹਿਬ ਨੂੰ ਪੁੱਛੀਏ ਮਹਾਰਾਜ ਇਸ ਮਨ ਨੂੰ ਕਿਵੇਂ ਮਾਂਜੀਏ? ਮਹਾਰਾਜ ਕਹਿੰਦੇ ਵੀ ਗਿਆਨ ਰਤਨ ਮਨ ਮਾਂਜੀਏ ਬੌੜ ਨਾ ਮੈਲਾ ਹੋਏ। ਇਸ ਮਨ ਨੂੰ ਤੂੰ ਗੁਰੂ ਦੇ ਨਾਮ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਮਾਂਜ, ਤੇ ਫਿਰ ਇਹ ਕਦੇ ਵੀ ਮੈਲਾ ਨਹੀਂ ਹੋਵੇਗਾ, ਕਦੇ ਵੀ ਇਹ ਫਿਰ ਵਿਕਾਰਾਂ ਦੇ ਅਧੀਨ ਨਹੀਂ ਹੋਵੇਗਾ। ਤੂੰ ਆਪਣਾ ਨਿਯਮ ਬਣਾ, ਅੰਮ੍ਰਿਤ ਵੇਲੇ ਉੱਠਣ ਦਾ, ਗੁਰੂ ਕੇ 5 ਕਕਾਰਾਂ ਦਾ ਧਾਰਨੀ ਹੋ, ਗੁਰੂ ਕੀ ਮਰਿਆਦਾ ਦਾ ਧਾਰਨੀ ਹੋ, ਤੇ ਫਿਰ ਇਹ ਜਿਹੜਾ ਤੇਰਾ ਮਨ ਹੈ ਇਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇਗੀ, ਤੇ ਫਿਰ ਇਹ ਤੇਰੇ ਵਸ ਦੇ ਵਿੱਚ ਆ ਜਾਵੇਗਾ। ਇਹ ਮਨ ਸ਼ਕਤੀ, ਇਹ ਮਨ ਜੀਓ, ਇਹ ਮਨ ਜਿਹੜਾ ਸੀਓ, ਭਾਵ ਕਿ ਇਹ ਮਨ ਬੜਾ ਹੀ ਸ਼ਾਲੀ ਹੈ, ਇਹ ਮਾਇਆ ਦਾ ਹੀ ਸਰੂਪ ਹੈ। ਇਹੋ ਮਨ ਸੀਓ। ਇਹ ਮਨ, ਇਸ ਨੂੰ ਕਾਬੂ ਕਰਨ ਦੇ ਵਾਸਤੇ ਇਸ ਦੇ ਵੱਖਰੇ ਵੱਖਰੇ ਵਿਸ਼ੇ ਨੇ। ਕਿਸੇ ਦਾ ਮਨ ਕਿਸੇ ਤਰੀਕੇ ਦਾ ਹੈ, ਕਿਸੇ ਵੇਲੇ ਇਹ ਮਨ ਬੜਾ ਸੋਹਣਾ ਹੁੰਦਾ ਹੈ। ਇਹ ਮਨ ਹਰ ਜੀ ਤੇਰੇ ਨਾਲ ਹੈ, ਇਹ ਮਨ ਤੇਰੇ ਨਾਲ ਤਾਂ ਪਰਮੇਸ਼ਰ ਹਰ ਵੇਲੇ ਹੈ। ਇਹ ਮਨ ਨੂੰ ਬੜਾ ਚੰਗਾ ਆਖਿਆ ਹੈ, ਕਿਤੇ ਕਿਤੇ ਇਸ ਮਨ ਨੂੰ ਬੜਾ ਭੈੜਾ ਵੀ ਆਖਿਆ ਹੈ। ਇਸ ਮਨ ਨੂੰ ਆਖਿਆ ਵੀ ਸਵਾਨ ਪੂਛ ਜਿਉ ਭਇਓ ਨਾ ਸੁਧੋ ਬਹੁਤ ਯਤਨ ਮੈਂ ਕੀ। ਵੀ ਜਿਵੇਂ 12 ਸਾਲ ਉਸ ਸਵਾਨ ਦੀ ਕੁੱਤੇ ਦੀ ਪੂਛ ਵੰਝਲੀ ਵਿੱਚ ਪਾ ਛੱਡੀ, ਤੇ ਪਰ ਆਖਰਕਾਰ ਜਦੋਂ ਕੱਢੀ ਤਾਂ ਫਿਰ ਉਹ ਟੇਢੀ। ਜਿੰਨਾ ਚਿਰ ਤੱਕ ਗੁਰੂ ਚਰਨਾਂ ਦੇ ਵਿੱਚ ਮਨੁੱਖ ਜੁੜਿਆ ਰਿਹਾ, ਜਿੰਨਾ ਚਿਰ ਤੱਕ ਗੁਰੂ ਦੀ ਕਿਰਪਾ ਦੇ ਅਧੀਨ ਮਨੁੱਖ ਰਿਹਾ, ਜਿੰਨਾ ਚਿਰ ਤੱਕ ਬਾਣੀ ਦੇ ਨਾਲ ਜੁੜਿਆ ਰਿਹਾ, ਉਹਨਾਂ ਚਿਰ ਤੱਕ ਤੇ ਮਨ ਸਿੱਧਾ ਹੈ। ਤੇ ਜਦੋਂ ਗੁਰੂ ਕੀ ਸੰਗਤ ਛੱਡ ਦਿੱਤੀ, ਵਿਕਾਰ ਕਰਨ ਲੱਗ ਪਿਆ, ਭੈੜੇ ਕਰਮ ਕਰਨ ਲੱਗ ਪਿਆ, ਫਿਰ ਇਹ ਮਨ ਵੈਸੇ ਦਾ ਵੈਸਾ ਹੀ ਹੋ ਜਾਂਦਾ ਹੈ। ਇਹ ਮਨ ਪੰਜ ਤਤ ਕੋ ਜੀਓ। ਇਹ ਮਨ ਪੰਜਾਂ ਤੱਤਾਂ ਦਾ ਜੀ ਹੈ। ਭਾਵ ਇਸ ਮਨ ਦੇ, ਇਸ ਮਨ ਤੋਂ ਵੀ ਅੱਗੇ ਕੋਈ ਚੀਜ਼ ਹੈ, ਉਹ ਹੈ ਆਤਮਾ। ਆਤਮਾ ਪਰਮ ਆਤਮਾ, ਪਰਮੇਸ਼ਰ ਦੇ ਨਾਲ ਜੁੜਨਾ। ਇਸ ਮਨ ਦੇ ਨਾਲ ਸੋਚੇ ਹੋਏ, ਕੀਤੇ ਹੋਏ ਕਰਮ ਸਾਰੇ ਤਕਰੀਬਨ ਇੱਥੇ ਹੀ ਰਹਿ ਜਾਂਦੇ ਨੇ। ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ, ਇਹ ਸਭ ਮਨ ਕਰਕੇ ਨੇ। ਜੇ ਇਹ ਆਤਮਾ ਦੇ ਸਹਿਤ ਕੀਤੇ ਜਾਣ, ਭਾਵ ਕਿ ਜਿਵੇਂ ਨਾਮ ਜਪਣ ਵਾਲੇ ਜੁਗਤੀ ਦੱਸਦੇ ਐ ਵੀ ਜਿਹੜੇ ਵਾਹਿਗੁਰੂ 4 ਅੱਖਰਾਂ ਭਜਨ ਹੈ, ਹੁਣ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਗਿਆਨ ਨਹੀਂ, ਜਿਹੜੇ ਚੁੰਝ ਗਿਆਨੀ ਹੋ ਗਏ ਨੇ, ਉਹ ਕਹਿੰਦੇ ਵੀ ਤੋਤਾ ਰਟਣ ਦਾ ਕੀ ਫਾਇਦਾ ਹੈ। ਵਾਹਿਗੁਰੂ ਵਾਹਿਗੁਰੂ ਭਾਵੇਂ ਸਿੱਧਾ ਕਹੀ ਜਾਓ, ਤੇ ਭਾਵੇਂ ਅੱਡ ਅੱਡ ਕਰਕੇ ਜਪੋ, ਭਾਵੇਂ ਇਕੱਲੇ ਬਹਿ ਕੇ ਜਪੋ, ਤੇ ਭਾਵੇਂ ਸੰਗਤ ਦੇ ਵਿੱਚ ਬਹਿ ਕੇ ਜਪੋ, ਇਹਦਾ ਕੋਈ ਫਾਇਦਾ ਨਹੀਂ। ਮਨ ਹੀ ਸਿੱਧਾ ਹੋਣਾ ਚਾਹੀਦਾ, ਮਨ ਹੀ ਸਾਫ਼ ਹੋਣਾ ਚਾਹੀਦਾ। ਇੱਕ ਹੀ ਗੱਲ ਕਹਿ ਦਿੰਦੇ ਨੇ, ਪਰ ਇਹ ਮਨ ਪੰਜ ਤੱਤ ਕਾ ਜੀਓ, ਇਹ ਪੰਜਾਂ ਤੱਤਾਂ ਦੇ ਉੱਤੇ ਹਾਵੀ ਹੈ। ਇਹ ਜਿਹੜੇ ਪੰਜਾਂ ਤੱਤਾਂ ਦੇ ਉੱਤੇ ਇਸਨੇ ਕਾਬੂ ਬਣਾ ਕੇ ਰੱਖਿਆ, ਇਹਨੂੰ ਇਹਨਾਂ ਤੋਂ ਛੁਟਕਾਰਾ ਪਾਉਣਾ ਪਵੇਗਾ। ਉਹ ਕਿਵੇਂ?
ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਜਦੋਂ ਅੰਤਰ ਆਤਮੇ ਹਿਰਦੇ ਦੇ ਵਿੱਚੋਂ ਪਰਮੇਸ਼ਰ ਦੇ ਨਾਲ ਮਨੁੱਖ ਇੱਕਮਿਕ ਹੋਣ ਦੀ ਕੋਸ਼ਿਸ਼ ਕਰਦਾ ਹੈ, ਗੁਰੂ ਦੇ ਚਰਨਾਂ ਦੇ ਵਿੱਚ ਚੱਲ ਕੇ ਜਾਂਦਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਇਦਾਂ ਹੀ ਮਨ ਦੀ ਹਾਲਤ ਹੈ। ਜਦੋਂ ਮਨੁੱਖ ਮਨ ਤੋਂ ਤਾਹ ਉੱਠ ਜਾਂਦਾ ਹੈ, ਜਿਵੇਂ 4 ਪਦ ਨੇ, ਚੌਥੇ ਪਦ ਕੋ ਜੋ ਨਰ ਜਾਣਿਆ ਤਾਂ ਕੋ ਪਾਪ ਨਾ ਪੁੰਨੰ, ਇਹ ਤੁਰਿਆ ਅਵਸਥਾ ਹੈ। ਇਨ ਮਨ ਗਹਿ ਜੋ ਉਨ ਮਨ ਰਹਿ, ਅੱਗੇ ਸ਼ਬਦ ਆਉਣਾ ਹੈ, ਉਹ ਤੁਰਿਆ ਅਵਸਥਾ ਦੀ ਗੱਲ ਹੈ। ਇਸ ਮਨ ਨੂੰ ਸੰਭਾਲਣ ਦੇ ਵਾਸਤੇ ਬਹੁਤ ਸਾਰੇ ਜਿਹੜੇ ਯਤਨ ਹੈ ਉਹ ਮਨੁੱਖ ਕਰਦਾ ਹੈ। ਇਹ ਜਿਹੜਾ 5 ਤੱਤਾਂ ਦਾ ਮਨ ਹੈ, ਇਸ ਨੂੰ ਮਾਂਜ ਕੇ ਗੁਰੂ ਚਰਨਾਂ ਦੇ ਵਿੱਚ ਸਮਰਪਿਤ ਕਰਕੇ ਫਿਰ ਹੀ ਇਹ ਜਿਹੜੇ ਸਾਡੇ 5 ਇੰਦਰੀ ਨੇ, 5 ਕਰਮ ਇੰਦਰੀ ਨੇ, 5 ਗਿਆਨ ਇੰਦਰੀ ਨੇ, ਇਹ 25 ਨੇ ਸਾਰੇ ਟੋਟਲ। ਇਹਨਾਂ ਦਾ ਵੱਖਰਾ ਵਿਸ਼ਾ ਹੈ। ਕਿਉਂ ਲੀਜੈ ਗੜ ਬੰਕਾ ਬਾਈ, ਦੇਵਰ ਕੋਟ ਅਰ ਤੇਵਰ ਖਾਈ, 5 25 ਸਮਾਨ ਤੇ ਮੱਧ ਕਰ। ਇਹ ਲੰਮਾ ਸ਼ਬਦ ਹੈ। ਸੋ ਇਸ ਕਰਕੇ ਪਾਤਸ਼ਾਹ ਇਸੇ ਦੱਸ ਰਹੇ ਨੇ ਕਿ ਇਹ ਜਿਹੜਾ ਮਨ ਹੈ ਇਹ 5 ਤੱਤਾਂ ਦਾ ਜੀਉ ਹੈ। ਇਹੋ ਮਨ ਲੈ ਜਾਉ ਉਨ ਮਨ ਰਹਾ। ਇਸ ਮਨ ਨੂੰ ਬਾਬਾ ਬੁੱਲੇ ਸ਼ਾਹ ਜੀ, ਜੋ ਬਹੁਤ ਰੱਬ ਨਾਲ ਮਿਲੇ ਹੋਏ ਫਕੀਰ ਹੋਏ ਨੇ, ਉਹਨਾਂ ਆਖਿਆ ਕਿ ਬੁੱਲਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ, ਪਰ ਸਾਧ ਸੰਗਤ ਪੁੱਟਣਾ ਬੜਾ ਔਖਾ ਹੈ। ਭਗਤ ਨਾਮਦੇਵ ਜੀ ਦੀ ਸਾਖੀ ਆਉਂਦੀ ਹੈ ਨਾ, ਉਹਨਾਂ ਨੂੰ ਗਵਾਂਢਣ ਨੇ ਪੁੱਛਿਆ ਸੀ, ਭਗਤ ਜੀ ਆ ਤੁਸੀਂ ਛਪੜੀ ਬੜੀ ਸੋਹਣੀ ਬਣਵਾ ਲਈ ਹੈ, ਇਹਦੀ ਤੋਪੈ ਦੁਗਣੀ ਮਨਜ਼ੂਰੀ ਦੇ ਹੋ, ਮੋਕੋ ਬੇਦੀ ਦੇ ਬਤਾਈ ਹੋ। ਤੂੰ ਮੈਨੂੰ ਉਹ ਕਾਰੀਗਰ ਦੱਸ ਦੇ ਵੀ ਜਿਨੇ ਇਹ ਤੇਰੀ ਛਪੜੀ ਬਣਾ ਦਿੱਤੀ ਹੈ, ਜਿਨੇ ਉਹ ਕਾਰੀਗਰ ਕੌਣ ਹੈ, ਉਹ ਕਾਰੀਗਰ ਕਿਵੇਂ ਆਵੇਗਾ। ਤੇ ਭਗਤ ਨਾਮਦੇਵ ਜੀ ਨੇ ਆਖਿਆ, ਮਾਈ ਇਹ ਜਿਹੜਾ ਬੇਦੀ ਹੈ ਨਾ, ਇਹ ਪੈਸੇ ਨਾਲ ਨਹੀਂ ਆਉਂਦਾ, ਇਹ ਧਨ ਦਿੱਤਿਆਂ ਦੌਲਤ ਦਿੱਤਿਆਂ ਨਹੀਂ ਆਉਂਦਾ, ਏਦਾਂ ਨਹੀਂ ਇਹ ਬੇਦੀ ਆਉਂਦਾ। ਰੱਬ ਏਦਾਂ ਨਹੀਂ ਰੀਝਦਾ। ਰੱਬ ਨੂੰ ਰੁਝਾਉਣ ਦਾ ਉਹ ਫਿਰ ਬੇਦੀ ਕਿਵੇਂ ਆਵੇਗਾ। ਤੇ ਭਗਤ ਨਾਮਦੇਵ ਜੀ ਨੇ ਜਿਹੜਾ ਬਚਨ ਕੀਤਾ ਨਾ, ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਲੋਗ ਕੁਟੰਬ ਸਭੂ ਦੇ ਤੋਰੈ, ਤੋ ਆਪਨ ਬੇਦੀ ਆਵੇ ਹੋ। ਭਾਵ ਕਿ ਲੋਕ ਕੁਟੰਬ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਸਾਰਿਆਂ ਦੇ ਨਾਲੋਂ ਮੋਹ ਤੋੜ ਦੇਣਾ, ਮਨ ਦਾ ਉਸ ਪਾਸਿਓਂ ਧਿਆਨ ਹਟਾ ਲੈਣਾ, ਤਾਂ ਫਿਰ ਉਹ ਬੇਦੀ ਹੈ ਜਿਹੜਾ ਪਰਮੇਸ਼ਰ ਹੈ ਉਹ ਆਪਣੇ ਆਪ ਹੀ ਆ ਜਾਵੇਗਾ। ਫਿਰ ਆਪਣੇ ਭਗਤਾਂ ਦੇ ਉਹਨਾਂ ਨੇ ਕਾਰਜ ਸਵਾਰੇ ਹਨ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ਿਪਰੋ ਹੋਇਓ ਲਾਖੀਣਾ, ਤਨਨਾ ਬੁਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਾਹਰੋ ਭਇਓ ਗੁਣੀ ਗਹੀਰਾ। ਰਵਿਦਾਸ ਧਵੰਤਾ ਢੋਰ ਨੀਤ ਦਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਉਹ ਜੱਟ ਬੰਦਾ ਸੀ, ਉਹਨੇ ਸਾਰਿਆਂ ਦੀ ਕਥਾ ਸੁਣੀ ਵੀ ਗੱਲ ਤੇ ਮੰਨਦੀ ਹੈ। ਆਸਥਾ ਕਿਤਨੀ ਵੱਡੀ ਸੀ। ਇਹ ਸਭ ਮਨ ਦੇ ਟਿਕਾਓ ਹੈ। ਇਸ ਕਰਕੇ ਹੀ ਇਸ ਪੰਕਤੀ ਨੂੰ ਦੁਬਾਰਾ ਸਰਵਣ ਕਰੋ ਜੀ। ਇਹੋ ਮਨ ਲੈ ਜਾ ਉਨ ਮਨ ਰਹਾ। ਇਸ ਮਨ ਨੂੰ ਜਿਹੜਾ ਵਸ ਵਿੱਚ ਕਰ ਲੈਂਦਾ, ਫਿਰ ਉਹ ਜਿੰਦ ਤੋਂ ਪਰੇ ਦਾ ਜਿਹੜਾ ਬੇੜਾ ਹੈ, ਜਿਹੜੀ ਦੁਨਿਆਵੀ ਲੋਕਾਂ ਤੋਂ ਪਰੇ ਦੀ ਗੱਲ ਹੈ, ਜਿਸ ਨੂੰ ਧਿਆਨ ਸਾਧਨਾ ਵੀ ਕਹਿੰਦੇ ਆ, ਇਹ ਮਨ ਦਾ ਹੀ ਟਿਕਾਓ ਹੈ ਨਾ। ਜਿਵੇਂ ਕੋਈ ਸੰਤ ਬੈਠੇ ਸਨ ਤੇ ਉਹਨਾਂ ਕਿਹਾ ਵੀ ਬਾਬਾ ਜੀ ਸਾਨੂੰ ਇਹ ਦੱਸੋ ਵੀ ਉਹ ਫਲਾਣੇ ਘਰ ਦੇ ਵਿੱਚ ਕੀ ਹੁੰਦਾ, ਵੀ ਤੁਹਾਨੂੰ ਇਸ ਗੱਲ ਦਾ ਅੰਤਰਜਾਮਤਾ ਹੈ ਤੁਹਾਡੇ ਕੋਲ। ਉਹ ਆਂਦੇ ਅੰਤਰਜਾਮਤਾ ਦਾ ਤੇ ਮੈਨੂੰ ਪਤਾ ਨਹੀਂ, ਪਰ ਮੇਰੀ ਬਾਹਰ ਜਾਮਤਾ ਬੜੀ ਤਗੜੀ ਹੈ। ਕਹਿੰਦੇ ਕਿ ਮਨ ਦਾ ਹੀ ਟਿਕਾਵ ਹੈ। ਮਨ ਸਾਧਿਆ ਨਾ ਜਦੋਂ,
ਤੇ ਸਾਧ ਕੇ ਜਦੋਂ ਧਿਆਨ ਰਸਤੇ ਹੋਏ ਤਾਂ ਕਹਿੰਦੇ ਵੀ ਦੂਰ ਦੂਰ ਤੱਕ ਦੀਆਂ ਗੱਲਾਂ ਜਿਹੜੀਆਂ ਉਹ ਮਨੁੱਖ ਨੂੰ ਸੁਣਾਈ ਦਿੰਦੀਆਂ। ਪਰ ਜੇ ਇਹ ਸਾਧਨਾ ਦੇ ਨਾਲ ਧਿਆਨ ਇਦਾਂ ਦੀਆਂ ਜੁਗਤੀਆਂ ਹਾਸਲ ਕੀਤੀਆਂ, ਇਹ ਸਭ ਕੁਝ ਪ੍ਰਾਪਤ ਹੋ ਜਾਵੇ, ਤਾਂ ਫਿਰ ਧਿਆਨ ਤੇ ਸੱਪ ਦਾ ਵੀ ਬੜਾ ਤਗੜਾ ਹੈ। ਕਿੰਨੀ ਦੂਰਬੀਨ ਵੱਜਦੀ ਹੋਵੇ, ਉਹ ਧਰਤੀ ਦੀ ਵਾਈਬ੍ਰੇਸ਼ਨ ਦੇ ਨਾਲ ਹੀ ਸੁਣ ਕੇ ਆ ਜਾਂਦਾ ਹੈ। ਜਿਵੇਂ ਹਿਰਨ ਹੈ, ਉਹ ਵੀ ਸੰਗੀਤ ਦਾ ਖਿੱਚਿਆ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ। ਇਹ ਸਭ ਮਨ ਦੇ ਕਰਕੇ ਹੀ ਇਹ ਧਿਆਨ ਉਹਨਾਂ ਦਾ ਉਧਰ ਕੇਂਦਰਿਤ ਹੋ ਜਾਂਦਾ ਹੈ। ਪਰ ਇਹ ਮਨ ਗਏ ਜੋ ਉਨਮਨ ਰਹਿ, ਜਿਹੜਾ ਉਸ ਪਾਰ ਚਲਿਆ ਜਾਂਦਾ ਹੈ, ਜਿਹੜਾ ਇਸ ਮਨ ਨੂੰ ਕਾਬੂ ਵਿੱਚ ਕਰ ਲੈਂਦਾ ਹੈ, ਹੁਣ ਉਸ ਦੀ ਅਵਸਥਾ ਭਗਤ ਕਬੀਰ ਜੀ ਦੱਸ ਰਹੇ ਹਨ। ਤੋ ਤੀਨ ਲੋਕ ਕੀ ਬਾਤਾ ਕਹਾ। ਫਿਰ ਤਿੰਨਾਂ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ, ਉਹ ਇਹਨਾਂ ਤੋਂ ਪਰੇ ਹੋ ਜਾਂਦੇ ਆ, ਉਹ ਇਹਨਾਂ ਨੂੰ ਕੁਝ ਵੀ ਨਹੀਂ ਸਮਝਦੇ। ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ। ਇਹ ਜਿਹੜਾ ਵਿਕਾਰਾਂ ਦਾ ਸੰਸਾਰ ਹੈ, ਇਹ ਜੋ ਸੰਸਾਰ ਹੈ, ਇਹ ਤੋਂ ਬ੍ਰਹਮ ਗਿਆਨ ਵਾਲੇ ਜਿਹੜੇ ਸਤਿਪੁਰਖ ਨੇ, ਇੱਕ ਬਚਨ ਮਹਾਂਪੁਰਖ ਕਰਦੇ ਸਨ। ਉਹਨਾਂ ਬਚਨ ਕੀਤਾ, ਕਿਸੇ ਸੰਤਾਂ ਦਾ ਦੁਸਹਿਰਾ ਸਮਾਗਮ ਸੀ, ਉਹਨਾਂ ਨਾਲ ਉੱਥੇ ਗਏ ਤੇ ਉੱਥੇ ਉਹਨਾਂ ਇੱਕ ਬਚਨ ਬੜੇ ਕਮਾਲ ਦਾ ਕੀਤਾ। ਕਿਉਂਕਿ 7 ਜਗਾਵਾਂ ਨੇ ਮਨੁੱਖ ਦੇ ਸਰੀਰ ਦੇ ਵਿੱਚ, ਜਿੱਥੋਂ ਅਖੀਰਲੇ ਸਮੇਂ ਜਿਹੜੇ ਸਵਾਸ ਨਿਕਲਦੇ ਨੇ, ਅੱਖਾਂ ਰਾਹੀਂ, ਨੱਕ ਰਾਹੀਂ, ਕੰਨ ਰਾਹੀਂ, ਧੁਨੀ ਥਾਈ, ਤੇ ਫਿਰ 2 ਜਿਹੜੇ ਨੇ ਉਹ ਭੈੜੇ ਇੰਦਰੇ ਜੋ ਮਲ ਮੂਤਰ ਦੇ ਇੰਦਰੇ ਨੇ, ਉਧਰ ਦੀ ਵੀ। ਕਹਿੰਦੇ ਵੀ ਇਹ ਨਾਮ ਜਪਣ ਵਾਲਿਆਂ ਦੀ ਅਵਸਥਾ ਹੈ। ਇਹ ਉਹ ਇਹਨਾਂ ਚੀਜ਼ਾਂ ਨੂੰ ਜਾਣਦੇ, ਜਦੋਂ ਮਨੁੱਖ ਦੇ ਅਖੀਰਲੇ ਸਾਹ ਵੱਜਦੇ ਨਾ, ਤਾਂ ਉਦੋਂ ਉਸ ਮਨੁੱਖ ਨੂੰ ਸੋਝੀ ਹੋ ਜਾਂਦੀ ਹੈ। ਜਿਹੜੇ ਨਾਮ ਜਪਣ ਵਾਲੇ ਨੇ, ਉਹ ਤਾਂ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੁੰਦੇ ਆ। ਆਵੇ ਹੈ ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰਹੇ। ਆਵੇ ਹੈ ਨਾ ਜਾਵੇ ਹੈ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਘਾਰੀ। ਹਰ ਕੇ ਸੇਵਕ, ਪਰਮੇਸ਼ਰ ਦੇ ਜਿਹੜੇ ਪਿਆਰੇ ਨੇ, ਉਹ ਤੇ ਇਹਨਾਂ ਚੀਜ਼ਾਂ ਤੋਂ ਨੇ ਪਰੇ। ਪਰ ਕਹਿੰਦੇ ਵੀ ਜਿਹੜਾ ਵਿਕਾਰੀ ਮਨੁੱਖ ਹੈ, ਜਿਹੜਾ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਅੰਤ ਦੇ ਕਹਿੰਦੇ ਵੀ ਜਦੋਂ 10 ਸਵਾਸ ਰਹਿ ਜਾਂਦੇ, ਇਹ ਬ੍ਰਹਮ ਗਿਆਨੀਆਂ ਦੇ ਬਚਨ ਨੇ, ਸਤਿਪੁਰਖਾਂ ਦੇ, ਵੀ ਜਦੋਂ ਅਖੀਰਲੇ 10 ਸਵਾਸ ਰਹਿ ਜਾਂਦੇ ਤੇ ਉਹਨੂੰ ਜਮਦੂਤ ਦਿਸਦੇ ਨੇ, ਤੇ ਫਿਰ ਉਹ ਤੜਫਦਾ ਹੈ। ਫਿਰ ਅਖੀਰਲੇ ਸਮੇਂ ਦੇ ਵਿੱਚ ਇੱਕ ਬਚਨ ਹੋਰ ਬੜਾ ਸੁੰਦਰ, ਮਹਾਂਪੁਰਖਾਂ ਦੇ ਮਾਤਾ ਜੀ ਉਹ ਜਦੋਂ ਚੜ੍ਹਾਈ ਕਰਨ ਲੱਗੇ, ਤੇ ਜਦੋਂ ਮਹਾਂਪੁਰਖ ਆਏ ਤੇ ਉਹ ਮਾਤਾ ਘਰ ਵਿੱਚ ਆਈ, ਬੜੀ ਬਿਰਧ ਅਵਸਥਾ ਉਸ ਮਾਤਾ ਦੀ, ਤੇ ਉਹ ਮਾਤਾ ਨੂੰ ਕਹਿਣ, ਮਾਤਾ ਆ ਵੇਖ ਤੇਰਾ ਪੁੱਤਰ ਆ ਗਿਆ ਹੈ। ਇਹ ਗੱਲ ਬੜਾ ਧਿਆਨ ਦੇਣ ਵਾਲੀ, ਕਿਉਂਕਿ ਇਹ ਸਮਾਂ ਸਾਡੇ ਸਾਰਿਆਂ ਤੇ ਆਉਣਾ ਹੈ। ਬਾਣੀ ਦੇ ਵਿੱਚੋਂ ਉਦਾਹਰਣ ਦੇ ਕੇ ਇਹ ਗੱਲ ਸਿੱਧ ਹੋਣੀ ਹੈ। ਕਹਿੰਦੇ ਵੀ ਜਦੋਂ ਅੰਤਲੇ ਸਮੇਂ ਕੋਈ ਬਜ਼ੁਰਗ ਮਾੜਾ ਮੋਟਾ ਜਾਗਦਾ ਹੈ ਨਾ, ਤੇ ਉਹਨੂੰ ਕਹਿੰਦੇ ਨੇ ਵੀ ਇਹ ਵੇਖ ਤੇਰਾ ਪੁੱਤਰ ਆ ਗਿਆ, ਆਹ ਦੇਖ ਇਹਨੇ ਨਵਾਂ ਟਰੈਕਟਰ ਲੈ ਲਿਆ ਹੈ, ਆਹ ਦੇਖ ਇਹਨੇ ਨਵੀਂ ਕੋਠੀ ਪਾ ਲਈ ਹੈ, ਅਸੀਂ ਉਹ ਜ਼ਮੀਨ ਦਾ ਫੈਸਲਾ ਕਰ ਲਿਆ ਹੈ। ਉਸ ਅੰਤ ਦੇ ਸਮੇਂ ਦੇ ਵਿੱਚ ਉਸ ਜਾਂਦੇ ਹੋਏ ਮਨੁੱਖ ਦਾ ਵੀ ਧਿਆਨ ਹੈ ਜਿਹੜਾ ਉਹ ਦੁਨਿਆਵੀ ਚੀਜ਼ਾਂ ਦੇ ਵਿੱਚ ਜੋੜ ਦਿੱਤਾ। ਤੇ ਭਗਤ ਨਾਮਦੇਵ ਜੀ ਦਾ ਬੜਾ ਵੱਡਾ ਸ਼ਬਦ ਹੈ, ਉਸ ਦੀ ਟੂਕ ਮਾਤਰ ਮੈਂ ਅਰਜ਼ ਕਰਾਂ ਵੀ ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਤੇ ਪ੍ਰੇਤ ਜੌਨ ਵਲ ਵਲ ਅਵਤਰ। ਤੇ ਅਖੀਰਲਾ ਸ਼ਬਦ ਭਗਤ ਜੀ ਦਾ ਇਹ ਹੈ ਵੀ ਜਿਵੇਂ ਅਜਾਮਲ ਦੀ ਸਾਖੀ ਆਉਂਦੀ ਹੈ ਨਾ, ਵੀ ਅੰਤ ਕਾਲ ਅਜਾਮਲ ਕੋ ਸੁਧ ਆਈ, ਜਿਹ ਗਤ ਕੋ ਜੋਗੀਸ਼ਰ ਬਾਸ਼ੈ, ਸੋ ਗਤ ਛਿਨ ਮੈਂ ਪਾਈ। ਇੱਕ ਛਿਨ ਦੇ ਵਿੱਚ ਜੇ ਗੁਰੂ ਕਿਰਪਾ ਕਰ ਦੇਵੇ, ਪਰ ਗੁਰੂ ਹੋਵੇ ਪੂਰਾ ਗੁਰੂ ਹੋਵੇ, ਤੇ ਇੱਕ ਛਿਨ ਦੇ ਵਿੱਚ ਮਨੁੱਖ ਦਾ ਉਧਾਰ ਹੋ ਸਕਦਾ ਹੈ। ਨਹੀਂ ਤੇ ਆਪ ਡੁੱਬੇ ਚਹੋ ਬੇਦ ਮੈਂ, ਚੇਲੇ ਦੀਏ ਬਹਾਏ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ, ਅੰਧੇ ਕਰਮ ਕਰੇਨ। ਉਹ ਜਿਨ੍ਹਾਂ ਦਾ ਗੁਰੂ ਆਪ ਅੰਨਾ ਹੈ, ਭਾਵ ਕਿ ਅੱਖਾਂ ਤੋਂ ਅੰਨਾ ਨਹੀਂ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਏ, ਅੰਧੇ ਸਹੀ ਨਾਨਕਾ ਜੋ ਖਸਮੋ ਕੁੱਥੇ ਜਾਏ। ਜਿਹੜੇ ਖਸਮ ਤੋਂ ਵਾਂਝੇ ਨੇ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖੀ ਤੋਂ ਵਾਂਝੇ ਨੇ, ਉਹ ਅੰਨੇ ਨੇ।
अंधे चानन रखिए दीवे बले 50 हाथ दे विच दीवा होवे, हाथ दे विच गुरु ग्रंथ साहिब महाराज जैसे गुरु होण, हाथ दे विच बाणी दे नितनेम दा गुटका होवे ते गुरु गोबिंद सिंह महाराज दे स्थान ते बैठे होइए ते फिर भी इस स्थान तो जाके किते कोई बंदा नाई दी दुकान लभे ते फिर ओहदे तो वड्डा अन्ना दुनिया ते कोई भी नहीं है। इथों बार बार सिंह साहब लॉन्चमेंट करते होण संगत जी, बाजा वाले ने कृपा करके तुहानू बुला लिया है। पूर्व अंकर पूर्वले जन्म तुहाडे फुट पए ने, कर्म जब प्रगटे भेटियो पुरख रस्त बैरागी, मिटियो अंधेर मिलत हर नानक जन्म जन्म की सोई। पूर्व अंक पूर्वला जन्म कोई चंगा आ गया ही ते तू कलगीधर पातशाह दे स्थान ते आया है, बड़े कर्म कीते ने। हुण ये अरदास कर कि महाराज पिछले अवगण बख्श लै प्रभ आगे मार्ग, महाराज अगे कृपा करो तुसी। हुण सानू आगे समझ चलो नंद लाला पातशाह जो बीती सो बीती। इथों सिंह साहब अनाउंसमेंट कर रहे हैं कि भाई गुरु की मर्यादा दे धारनी हो जाओ। कलगीधर पातशाह अपना सारा सर्ब अंश दान कर दिता, सिखां नूं खंडे बाटे की पौल बख्शी है। इत्थे फिर अमृत संचार होना है, तुसी खंडे बाटे की पौल नूं धारण करके पंजा बाणियां दे अधीन हो जाओ तो फिर की होएगा जी, फिर की होएगा। तो फिर कहते ने भी जेड़े 3 ताप ने ना, जेड़े बंदे नूं हर वेले खांदे ने, दुख ते आद व्याध ते उपाद, ये 3 दुख ने जेड़े बंदे नूं हमेशा ही सताउंदे ने। मन करके बंदा बड़ा दुखी है ते उन्हां तो मुक्ति पाउण दे वास्ते की करिए जी। ते फिर जदों 5 प्यारे उपदेश देंदे ते कहंदे भाई नितनेम करया कर, बाणी पढ़िया कर, ते की होवेगा? दुख रोग संताप उतरे सुनी सच्ची बाणी। दुख रोग जिन्ने भी ने सारे ने जेड़े तेरे नाश हो जाणगे। हुण शरीर करके जेड़े दुख रोग है ना, वो तो साध संगत डॉक्टर वैद भी दूर कर देंगे हैं, पर जिथे गुरु की कृपा हो पल में ही ठीक हो जाते हैं। पर इत्थे एक शंका हो सकता है भी जदों गुरु नानक देव महाराज इस धरती ते आए, इस दुनिया ते आप जी का प्रकाश होया, शरीरक जामा पहन के महाराज इत्थे आए, जदों चिराग रूपी ज्ञान का उन्हें बालिया इत्थे, ते की गल उस तो पहला कोई वैद नहीं सी हैगा भी साडे वड्डे वड्डे बुजुर्ग जेड़े वो छैणे ढोलकियां दे नाल उच्ची उच्ची शब्द पढ़ते रहंदे भी आ गया जी बाबा वैद रोगियां दा, कि गुरु नानक देव महाराज वैद आ गए ने दुनिया के उत्ते, भी वैद ते बड़े धनंतर वैद वर्गे बड़े वड्डे वड्डे वैद इस दुनिया ते हो गए ने, ते गुरु नानक देव महाराज इत्थे आ गए, तो यह किहड़ी वड्डी गल है? ये काहदे वैद ने? वो वैद ने मन दे। जिहड़ा मन है ना, सब तो ज्यादा दुख ने इनू। जिवें उस काजी ने, उसने वैद ने बांह फड़ी सी ना गुरु नानक देव महाराज दी, ते उन्हें आख्या भी मैं तुहानूं दसां की दुख है। उन्हें बांह फड़ ली ते गुरु नानक देव महाराज ने आख्या भी फिर वैद जी की तुहानूं दुख दा पता है कि मैनूं किहड़ा दुख है, मैनूं किहड़ी तकलीफ है? ते उन्हें आख्या जी शरीरक क्रिया दा ते कोई दुख नहीं, तुहानूं शरीर तां तुहाडा ठीक है। तो उन्हें आख्या फिर बह जाओ, फिर असीं तुहानूं दस दिंदे हां। उन्हें आख्या भी एक विछोड़ा एक दुख भूख, कहते कि परमेश्वर तो दूर हो जाना यह सब तो वड्डा विछोड़े का दुख है। जिवें किसी नव विआही स्त्री का पति घर आउंदियां आउंदियां किते घरे आवे ना, ते उस स्त्री के हिरदे दे विच कितनी तांग हुंदी है। इसे नूं भगत कबीर जी ने कहा है, कहते कि पंथ निहारै कामनी, लोचन अखां दे विच नेत्र भरे ने, जल त्रिप त्रिप डिग रहा है, लोचन भरी ले उसासा, उर ना भिजै पग ना खिसै हर दर्शन की आसा। यह सब तो वड्डा दुख है परमेश्वर नालों टुट जाना। एक विछोड़ा एक दुख भूख, ते दूजा विछोड़ा साध संगत पातशाह कहते हैं भी भुख दा है। संसारी लोगों को तो यही लग्या होना भी जिस वेले रोटी ना मिले तो बड़ा वड्डा दुख हो जाता है। बड़ा यह भी बड़ा वड्डा दुख है, जिन्हों ने भोगया है वो ही जानते। पर किहड़ा भुख इत्थे? पातशाह कहते हैं कि साचे नाम की लागै भूख। जिन्होंने सच्चे नाम की भुख है साध संगत, जिवें इत्थे नेमी सिख रहिंदे है, सिंह साहब रहिंदे है, जिन्हां दा बाणी दे नाल प्यार है,
ਕਲਗੀਧਰ ਪਾਤਸ਼ਾਹ ਦਾ ਉਹ ਬਚਨ ਯਾਦ ਕਰੀਏ। ਹਜ਼ਾਰਾਂ ਫੌਜਾਂ ਲੱਖਾਂ ਫੌਜਾਂ ਪਿੱਛੇ ਚੜੀਆਂ ਨੇ, 4 ਲਿਖਤੇ ਜਿਗਰ ਮਹਾਰਾਜ ਦੇ ਨਾਲ ਨੇ, ਇਸਤਰੀਆਂ ਵੀ ਨਾਲ ਨੇ, ਪਰ ਜਦੋਂ ਪਰਮੇਸ਼ਰ ਦੀ ਬੰਦਗੀ ਦਾ ਸਿਮਰਨ ਦਾ ਸਮਾਂ ਆਇਆ ਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਸਰਸਾ ਦੀ ਨਦੀ ਦਾ ਪਾਣੀ ਨਹੀਂ ਦੇਖਿਆ, ਉਹ ਜ਼ਾਲਮਾਂ ਦੀਆਂ ਤਲਵਾਰਾਂ ਨਹੀਂ ਦੇਖੀਆਂ, ਤੇ ਪਾਤਸ਼ਾਹ ਨੇ ਇਹ ਬਚਨ ਕਿਹਾ ਵੀ ਆ ਗਿਆ ਹੈ ਸਮਾਂ ਉਸ ਪਰਵਤਗਾਰ ਕੇ ਸਿਮਰਨ ਦਾ, ਪਰਮੇਸ਼ਰ ਦੇ ਭਜਨ ਦਾ ਸਿਮਰਨ ਆ ਗਿਆ ਹੈ, ਆਓ ਉਸ ਪਰਮੇਸ਼ਰ ਦਾ ਭਜਨ ਕਰ ਲਈਏ। ਉਸ ਵੇਲੇ ਮਹਾਰਾਜ ਨੇ ਉੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਸਾਧ ਸੰਗਤ ਇੰਨੇ ਦੁੱਖ ਦੇ ਵਿੱਚ ਪਰਮੇਸ਼ਰ ਨੇ, ਕਲਗੀਧਰ ਪਾਤਸ਼ਾਹ ਨੇ ਸਾਨੂੰ ਇੱਕੋ ਗੱਲ ਦੱਸੀ ਹੈ ਵੀ ਸਿੱਖਾ ਕਿੰਨਾ ਵੀ ਦੁੱਖ ਆਵੇ ਜ਼ਿੰਦਗੀ ਦੇ ਵਿੱਚ, ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੈ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਇੱਕ ਨਿਮਖ ਦਾ ਪਲ ਸਿਮਰਨ ਜਿੰਨਾ ਵੀ ਤੈਨੂੰ ਪਰਮੇਸ਼ਰ ਦਾ ਭਜਨ ਨਹੀਂ ਸਿਮਰਨਾ ਚਾਹੀਦਾ। ਤੇ ਭਗਤ ਕਬੀਰ ਜੀ ਨੂੰ ਪੁੱਛਿਆ, ਭਗਤ ਕਬੀਰ ਜੀ ਤੁਹਾਡੀ ਮਾਂ ਤੁਹਾਨੂੰ ਗਾਲਾਂ ਬੜੀਆਂ ਕੱਢਦੀ ਹੈ, ਬੜਾ ਮਾੜਾ ਭੈੜਾ ਬੋਲਦੀ ਹੈ, ਤੁਸੀਂ ਕਿਉਂ ਕੰਮ ਛੱਡ ਦਿੱਤਾ? ਭਗਤ ਕਬੀਰ ਜੀ ਖੇਸ ਬੁਣਨ ਦਾ ਕੰਮ ਕਰਦੇ ਸਨ। ਹੁਣ ਫਿਰ ਗੱਲ ਮੰਨਦੀ ਹੈ। ਤੇ ਭਗਤ ਕਬੀਰ ਜੀ ਨੂੰ ਜਦੋਂ ਪੁੱਛਿਆ, ਭਗਤ ਕਬੀਰ ਜੀ ਕਹਿੰਦੇ, ਭਗਤ ਕਬੀਰ ਦੱਸਦੇ ਨੇ ਕਿ ਮੇਰੀ ਮਾਂ ਮੈਨੂੰ ਕੀ ਕਹਿੰਦੀ ਹੈ। ਸੰਸਾਰ ਦੇ ਲੋਕ ਤੇ ਨਫ਼ਰਤ ਕਰਦੇ ਹੀ ਨੇ ਸੰਤਾਂ ਨਾਲ, ਘਰ ਦੇ ਵੀ ਕਰਨ ਲੱਗ ਪੈਂਦੇ, ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ ਉਹ ਕਰਦੇ ਆ। ਤੇ ਸਾਧ ਸੰਗਤ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਉਹ ਸੰਤਾਂ ਦੀ ਚਰਨ ਧੂੜ ਲੱਭਦੇ ਫਿਰਦੇ ਕਿ ਪੂਰਾ ਸੰਤ ਕਿਤੇ ਮਿਲ ਜੇ ਸਹੀ। ਭਗਤ ਕਬੀਰ ਕਹਿੰਦੇ ਨੇ ਵੀ ਮੇਰੀ ਮਾਂ ਮੈਨੂੰ ਬੜੀਆਂ ਗਾਲਾਂ ਕੱਢਦੀ। ਉਹ ਕਹਿੰਦੀ ਹੈ ਸੁਨੋ ਦਰਾਨੀ ਸੁਨੋ ਜਠਾਨੀ ਅਚਰਜ ਏਕ ਭਇਓ। ਕਹਿੰਦੀ ਵੀ ਇਹਨੇ ਖੇਸ ਬੁਣਨੇ ਛੱਡਦੇ, ਘਰ ਦੇ ਕੰਮ ਛੱਡ ਦਿੱਤੇ, ਸਾਤ ਸੂਤ ਇਨ ਮੁੰਡੀਆਂ ਨ ਖੋਇਓ, ਇਹ ਮੁੰਡਿਆ ਕਿਉਂ ਨਾ ਮੋਇਓ। ਕਿੰਨਾ ਵੀ ਨਿਕੰਮਾ ਪੁੱਤਰ ਹੋਏ ਪਰ ਕਿਸੇ ਦੀ ਮਾਂ ਇਹ ਗੱਲ ਨਹੀਂ ਕਹਿੰਦੀ ਕਿ ਮੇਰਾ ਮੁੰਡਾ ਮਰ ਜਾਏ, ਪਰ ਭਗਤ ਕਬੀਰ ਦੀ ਮਾਂ ਕਹਿ ਰਹੀ ਹੈ। ਕਿਉਂ ਕਹਿੰਦੀ ਹੈ? ਹੋਰ ਵੀ ਅੱਗੇ ਬੜਾ ਵਿਸਥਾਰ ਹੈ। ਉਹ ਕਹਿੰਦੀ ਵੀ ਇੱਕ ਦੋਏ ਮੰਦਰ ਇੱਕ ਦੋਏ ਬਾਟ, ਕਹਿੰਦੀ ਵੀ ਇੱਕ ਦੋ ਜਾਣੇ ਤੇ ਭਗਤ ਕਬੀਰ ਦੇ ਘਰ 'ਚ ਬਣੇ ਹੀ ਰਹਿੰਦੇ ਨੇ, ਤੇ 2-4 ਜਾਣੇ ਭਗਤ ਕਬੀਰ ਦਾ ਰਸਤਾ ਪੁੱਛਦੇ ਨੇ ਵੀ ਭਗਤ ਜੀ ਕਿੱਥੇ ਨੇ। ਉਹ ਕਹਿੰਦੇ ਵੀ ਹਮਕੋ ਸਾਥਰ ਉਨਕੋ ਖਾਟ। ਕਹਿੰਦੀ ਵੀ ਸਾਨੂੰ ਸੌਣ ਵਾਸਤੇ ਥੱਲੇ ਜ਼ਮੀਨ, ਤੇ ਆਏ ਗਏ ਸੰਤਾਂ ਭਗਤਾਂ ਵਾਸਤੇ ਉਹਨਾਂ ਨੂੰ ਬੜੇ ਸੋਹਣੇ ਵਿਛਾਉਣੇ ਨੇ। ਹਮਕੋ ਚਾਬਨ ਉਨਕੋ ਰੋਟੀ। ਕਹਿੰਦੀ ਵੀ ਸਾਨੂੰ ਤੇ ਇਹ ਭੁੱਲੇ ਜੇ ਜਿਹੜੇ ਦਾਣੇ ਇਹ ਖਵਾ ਦਿੰਦਾ ਤੇ ਉਹਨਾਂ ਨੂੰ ਖੀਰਾਂ ਪੂੜੀਆਂ ਖਵਾਉਂਦਾ ਹੈ, ਭਾਵ ਕਿ ਆਏ ਗਏ ਸੰਤਾਂ ਦੀ ਸੇਵਾ ਕਰਦਾ ਹੈ। ਇਸ ਕਰਕੇ ਫਿਰ ਭਗਤ ਕਬੀਰ ਨੂੰ ਪੁੱਛਿਆ ਵੀ ਤੁਸੀਂ ਇਹ ਸਭ ਕਿਉਂ ਕੀਤਾ ਹੈ? ਤੇ ਭਗਤ ਕਬੀਰ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਤੇ ਕਹਿਣ ਲੱਗੇ ਕਿ ਇਹ ਕੰਮ ਕੋਈ ਮਾੜਾ ਨਹੀਂ, ਕਿਰਤ ਮੈਂ ਕਰਾਂਗਾ, ਹੋਰ ਕੋਈ ਕਰ ਲਾਂਗਾ, ਪਰ ਇਹ ਜਿਹੜਾ ਕੰਮ ਆ ਨਾ ਖੇਸ ਬੁਣਨ ਵਾਲਾ, ਇਹਦੇ ਵਿੱਚ ਇੱਕ ਵਿਘਨ ਪੈ ਜਾਂਦਾ, ਇਹ ਮੇਰੇ ਮਨ ਨੂੰ ਤੰਗ ਕਰਦਾ। ਉਹਨਾਂ ਆਖਿਆ ਜੀ ਕਿਹੜਾ ਵਿਘਨ ਪੈ ਜਾਂਦਾ? ਤੁਸੀਂ ਆਪਦੇ ਮਾਂ ਪਿਓ ਤੋਂ ਹੀ ਮੁਨਕਰ ਹੋ ਗਏ ਜੇ, ਤੁਹਾਨੂੰ ਘਰ ਦੇ ਤੁਹਾਡੇ ਗਾਲਾਂ ਕੱਢਦੇ ਆ। ਤੇ ਭਗਤ ਕਬੀਰ ਜੀ ਆਖਿਆ ਵੀ ਜਬ ਲਗ ਧਾਗਾ ਬਾਹੋਂ ਬੇਹੀ। ਉਹਨਾਂ ਆਖਿਆ ਵੀ ਜਦੋਂ ਸੂਈ ਦੇ ਵਿੱਚ ਧਾਗਾ ਪਾਉਣਾ ਹੋਵੇ ਨਾ, ਜਾਂ ਕਿਸੇ ਸੀਸੀ ਦੇ ਵਿੱਚ ਤੇਲ ਪਾਉਣਾ ਹੋਵੇ, ਤੇ ਬੰਦਾ ਕਹਿੰਦਾ ਓਏ ਰੌਲਾ ਨਾ ਪਾਓ, ਚੁੱਪ ਕਰ ਜੋ, ਮੇਰਾ ਧਿਆਨ ਭਟਕਦਾ, ਤੇਲ ਕਿਤੇ ਬਾਹਰ ਨਾ ਡੁੱਲ ਜਾਏ। ਜਦੋਂ ਸੂਈ ਦੇ ਵਿੱਚ ਧਾਗਾ ਪਾਉਣਾ ਹੋਵੇ ਤੇ ਬੰਦੇ ਨੂੰ ਬੜਾ ਧਿਆਨ ਇਕਾਗਰ ਚਾਹੀਦਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਮਨ ਬੜਾ ਉੱਥੇ ਇਕਾਗਰ ਚਾਹੀਦਾ ਹੈ, ਤੇ ਮੇਰਾ ਮਨ ਤੇ ਹਰ ਵੇਲੇ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਤੇ ਕਹਿੰਦੇ ਵੀ ਫਿਰ ਕਹਿੰਦੇ ਵੀ ਜਬ ਲਗ ਤਾਗਾ ਬਾਹੋਂ ਬੇਹੀ। ਹੁਣ ਅਵਸਥਾ ਦੇਖਣੀ ਭਗਤ ਕਬੀਰ ਜੀ ਦੀ। ਕਹਿੰਦੇ ਵੀ ਜਿੰਨਾ ਸਮਾਂ ਮੈਂ ਖੇਸ ਬੁਣਨ ਦੇ ਵਾਸਤੇ ਉਸ ਸੂਈ ਦੇ ਵਿੱਚ ਧਾਗਾ ਪਾਉਣਾ, ਮਨ ਇਕਾਗਰ ਕਰਨਾ, ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੈ ਰਾਮ ਸਨੇਹ। ਕਹਿੰਦੇ ਮੈਨੂੰ ਉਹਨੇ ਸਿਰ ਵਾਸਤੇ ਪਰਮੇਸ਼ਰ ਭੁੱਲ ਜਾਂਦਾ ਹੈ, ਉਹਨੇ ਸਿਰ ਵਾਸਤੇ ਮੈਨੂੰ ਪਰਮੇਸ਼ਰ ਵਿਸਰ ਜਾਂਦਾ ਹੈ, ਤੇ ਮੈਨੂੰ ਇਹ ਗੱਲ ਕਦਾਚਿਤ ਵੀ ਮਨਜ਼ੂਰ ਨਹੀਂ। ਕਿੰਨਾ ਕੁਝ ਹੈ ਇਸ ਦੇ ਵਿੱਚ, ਕਿਤਨੀ ਬਰੀਕੀ ਹੈ, ਕਿਤਨਾ ਗੰਭੀਰ ਵਿਸ਼ਾ ਹੈ ਮਨ ਦਾ। ਵਾਰ-ਵਾਰ ਭਗਤ ਕਬੀਰ ਜੀ ਸਮਝਾ ਰਹੇ ਹੈ ਕਿ ਇਹ ਜਿਹੜਾ ਮਨ ਹੈ, ਇਹ ਜਿਹੜਾ ਪੰਜਾਂ ਤੱਤਾਂ ਦਾ ਜਿਹੜਾ ਜੀ ਹੈ, ਇਹ ਉਸ ਪਰਮੇਸ਼ਰ ਤੋਂ ਪਰੇ ਦੀ, ਉਹਦੇ ਨਾਲ ਜੁੜਨ ਦੇ ਨਾਲ ਦੁਨਿਆਵੀ ਲੋਕਾਂ ਤੋਂ ਪਰੇ ਦੀ ਵਿਚਾਰ ਹੈ। ਭਗਤ ਕਬੀਰ ਜੀ ਅੱਗੇ ਸਮਝਾ ਰਹੇ ਹਨ। ਤੋ ਤੀਨ ਲੋਕ ਕੀ ਬਾਤਾ ਕਹਾ। ਤਿੰਨਾਂ ਲੋਕਾਂ ਤੋਂ ਪਰੇ ਦੀਆਂ ਗੱਲਾਂ ਹੋ ਗਈਆਂ। ਹੁਣ ਭਗਤ ਕਬੀਰ ਦੀ ਇਹ ਅਵਸਥਾ ਕਿਹਨੂੰ ਸਮਝ ਵਿੱਚ ਆਵੇ? ਭਗਤ ਨਾਮਦੇਵ ਉੱਠ ਕੇ ਬਿਠਲ ਬਿਠਲ ਕਰਨ ਲੱਗ ਪਏ।
ਇੱਕ ਕੁੱਤਾ ਭਗਤ ਨਾਮਦੇਵ ਦੇ ਘਰ ਆ ਗਿਆ। ਹੁਣ ਇਹ ਤਿੰਨਾਂ ਲੋਕਾਂ ਤੋਂ ਜਿਹੜੀਆਂ ਪਰੇ ਦੀਆਂ ਗੱਲਾਂ ਹੈ, ਤਾਂ ਉਹ ਆਇਆ ਤੇ ਭਗਤ ਜੀ ਨੇ, ਉਹਨੇ ਨਾ ਭਗਤ ਜੀ ਨੇ ਜਿਹੜੀ ਰੋਟੀ ਪਕਾ ਕੇ ਰੱਖੀ ਸੀ ਤੇ ਉਹ ਕੁੱਤਾ ਚੁੱਕ ਕੇ ਭੱਜ ਪਿਆ। ਤੇ ਹੋਰ ਕੋਈ ਹੁੰਦਾ ਤੇ ਪਹਿਲੀ ਗੱਲ ਤੇ ਵਗਾਤਾ ਹੀ ਡੰਡਾ ਮਾਰਦਾ ਉਹਦੀਆਂ ਲੱਤਾਂ 'ਚ ਤੇ ਲੱਤਾਂ ਤੋੜ ਦਿੰਦਾ ਦੋਵੇਂ। ਤੇ ਜੇ ਉਦੋਂ ਨਾ ਵੱਜਦਾ ਤੇ ਬਾਅਦ ਵਿੱਚ ਜੇ ਕਿਤੇ ਰਾਹ 'ਚ ਮਿਲ ਜੇ ਤੇ ਫੇਰ ਕੁੱਟਦਾ। ਤੇ ਜੱਟਾਂ ਦੇ ਢਾਏ ਕੁੱਤੇ ਜਿਹੜੇ ਅਸੀਂ ਵੇਖੇ ਆ, ਉਹ ਫਿਰ ਕਮਰੇ 'ਚ ਬੰਦ ਕਰਕੇ ਬੜਾ ਕੁੱਟਦੇ ਡੰਡਿਆਂ ਦੇ ਨਾਲ। ਪਰ ਇਹ ਸਾਡੇ ਸਮਝ ਤੋਂ ਪਰੇ ਦੀ ਗੱਲ ਹੈ। ਜਦੋਂ ਭਗਤ ਨਾਮਦੇਵ ਦੇ ਘਰ ਦੇ ਵਿੱਚ ਰੋਟੀ ਪਕਾਉਂਦਿਆਂ ਕੁੱਤੇ ਨੇ ਸ਼ੁਕੂ ਦੇ ਵਿੱਚੋਂ ਰੋਟੀ ਚੁੱਕ ਲਈ ਨਾ, ਤੇ ਭਗਤ ਨਾਮਦੇਵ ਨੇ ਉਹਨੂੰ ਮਾਰਿਆ ਨਹੀਂ, ਕੋਈ ਲਾਂਭਾ ਨਹੀਂ ਦਿੱਤਾ। ਉਹਨੇ ਮੱਖਣ ਵਾਲਾ ਬਾਟਾ ਚੁੱਕ ਲਿਆ। ਉਹ ਕਹਿੰਦਾ ਭਗਵਾਨ ਜੀ ਰੁਕ ਜਾਓ, ਉਹ ਮੈਨੂੰ ਪਤਾ ਇਹ ਵੀ ਤੁਹਾਡਾ ਹੀ ਰੂਪ ਆ, ਉਹ ਤੁਸੀਂ ਮੇਰੇ ਨਾਲ ਕੋਈ ਨਾ ਕੋਈ ਕੌਤਕ ਕਰਦੇ, ਜੇ ਰੋਟੀ ਕਿਤੇ ਸੁੱਕੀ ਨਾ ਖਾ ਜਿਓ, ਮੈਨੂੰ ਮੱਖਣ ਨਾਲ ਚੋਪੜ ਲੈਣ ਦਿਓ। ਇਹ ਰੱਬ ਦੇ ਪਿਆਰਿਆਂ ਦੀ ਗੱਲ ਹੈ, ਇਹ ਪਰੇ ਦੀ ਗੱਲ ਹੈ। ਚੌਥੇ ਪਦ ਦੀ ਤੁਰਿਆ ਅਵਸਥਾ ਹੈ ਜਿਹੜੇ ਸਭ ਮਹਿ ਜੋਤ ਜੋਤ ਹੈ ਸੋਏ। ਜਿਵੇਂ ਕਹਿੰਦੇ ਨਾ ਕਿ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਰ ਮਾਟੀ ਕੂੰਚਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇਤਿਹਾਸ ਦੇ ਵਿੱਚ ਇਹ ਗੱਲ ਦੱਸੀ ਵੀ ਭਗਤ ਨਾਮਦੇਵ ਜੀ 72 ਰੂਪਾਂ ਦੇ ਵਿੱਚ ਭਗਵਾਨ ਨੇ ਦਰਸ਼ਨ ਦਿੱਤੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਚਨ ਕੀਤਾ ਕਿ ਏਕ ਹੈ ਅਨੇਕ ਹੈ ਫਿਰ ਏਕ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਪਰਮੇਸ਼ਰ ਦੇ ਹੀ ਨਾਮ ਦੱਸੇ ਨੇ ਵੀ ਇਹ ਵੀ ਮਹਾਰਾਜ ਤੇਰਾ ਰੂਪ ਹੈ, ਇਹ ਵੀ ਤੇਰਾ ਰੂਪ ਹੈ। ਜਦੋਂ ਅਕਾਲ ਉਸਤਤ ਅਸੀਂ ਪੜ੍ਹਦੇ ਹਾਂ ਤੇ ਮਹਾਰਾਜ ਕਹਿੰਦੇ ਵੀ ਵਿਕਾਰੀ ਵੀ ਤੂੰ ਹੀ ਹੈ, ਸੰਸਾਰੀ ਵੀ ਤੂੰ ਹੀ ਹੈ, ਮਹਾਰਾਜ ਸੰਤਾਂ ਦਾ ਰੂਪ ਵੀ ਤੂੰ ਹੀ ਹੈ, ਇਹ ਸਾਰੀ ਬਨਸਪਤ ਤੇਰਾ ਹੀ ਰੂਪ ਹੈ। ਕਿੰਨੀਆਂ ਮਹਾਰਾਜ ਨਮਸਕਾਰਾਂ ਕਰਦੇ ਨੇ, ਸਾਰਾ ਪਰਮੇਸ਼ਰ ਦਾ ਹੀ ਰੂਪ ਹੈ। ਇਸ ਕਰਕੇ ਉਸ ਅਵਸਥਾ ਤੱਕ ਜਾਣਾ ਹੈ ਤਾਂ ਔਖਾ, ਪੋਸੀਬਲ ਹੈ, ਪਰ ਇੰਨਾ ਪੋਸੀਬਲ ਨਹੀਂ ਕਿ ਉਹ ਇਨਪੋਸੀਬਲ ਹੈ। ਪਹੁੰਚਿਆ ਜਾ ਸਕਦਾ ਹੈ ਗੁਰਬਾਣੀ ਦੇ ਨਾਲ ਜੁੜ ਕੇ। ਉਹ ਤਿੰਨਾਂ ਲੋਕਾਂ ਤੋਂ ਪਰੇ ਦੀ ਗੱਲ, ਇਸ ਸੰਸਾਰੀ ਵਿਕਾਰਾਂ ਤੋਂ, ਦੁਨਿਆਵੀ ਝਗੜਿਆਂ ਤੋਂ ਉੱਠ ਕੇ ਮਨੁੱਖ ਇਹਨਾਂ ਤੋਂ ਉਤਾਂਹ ਜਾਂਦਾ ਹੈ। ਭਗਤ ਕਬੀਰ ਜੀ ਸਾਨੂੰ ਸਮਝਾਉਣਾ ਬਾਣੀ ਦੇ ਵਿੱਚ ਵਾਰ-ਵਾਰ ਇਦਾਂ ਹੀ ਕਰ ਰਹੇ ਨੇ। ਯਈਆ ਜੋ ਜਾਣਹਿ ਤਾ ਦੁਰਮਤ ਹਨ। ਹਾਂ, ਜੇ ਆਪਣੇ ਆਪ ਨੂੰ ਸਮਝ ਲਿਆ ਨਾ, ਜੇ ਤੂੰ ਇਹ ਗੱਲ ਜਾਣ ਲਈ ਹੈ ਬੰਦੇ, ਤਾਂ ਫਿਰ ਇਹ ਜਿਹੜੀ ਤੂੰ ਦੁਰਮਤ ਆ ਨਾ, ਇਹਨੂੰ ਛੱਡ ਦੇ। ਕਿਤੇ ਆਪਣੇ ਚਿੱਟੇ ਦਾੜੇ ਤੇ ਹੀ ਮਾਣ ਨਾ ਕਰੀ ਜਾਈ, ਕਿਤੇ 4 ਕਿਤਾਬਾਂ ਪੜ੍ਹ ਕੇ ਹੀ ਆਪਣੇ ਉੱਤੇ ਗੁਮਾਨ ਨਾ ਕਰੀ ਜਾਈ ਵੀ ਮੈਂ ਬੜਾ ਸਿਆਣਾ ਹੋ ਗਿਆ। ਤੇ ਬਾਬੇ ਫਰੀਦ ਦੀ ਉਮਰ ਹੋ ਗਈ 75 ਸਾਲ, ਤੇ ਬਾਬੇ ਫਰੀਦ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਬੜੇ ਸਿਆਣੇ ਜੇ, ਬੰਦਗੀ ਦੇ ਵਿੱਚ ਬੜਾ ਤਜਰਬਾ ਤੁਹਾਡਾ, ਤੇ ਕੋਈ ਗੱਲ ਦੱਸੋ। ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਸਿਆਣਾ ਪਤਾ ਕੌਣ ਹੈ? ਫਰੀਦਾ, ਜੇ ਤੂੰ ਅਕਲਵਾਨ ਹੈ, ਜੇ ਤੂੰ ਸਿਆਣਾ ਹੈ, ਤੇ ਜੇ ਤੂੰ ਇਹ ਕੰਮ ਛੱਡ ਦਿੱਤੇ ਤੇ ਉਦਣ ਤੋਂ ਸਮਝੀ ਵੀ ਤੂੰ ਸਿਆਣਾ ਹੋ ਗਿਆ। ਕਿਹੜੇ? ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣਨੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਜਿੱਦਣ ਤੈਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਜਾਚ ਆ ਜਾਵੇ ਨਾ, ਤੇ ਅੰਦਰ ਝਾਤੀ ਮਾਰ ਕੇ ਕੋਈ ਪਾਪ ਨਾ ਦੱਸੇ, ਅੰਦਰ ਸਾਫ਼ ਦੱਸੇ, ਤੇ ਉਦਣ ਸਮਝ ਲਈ ਵੀ ਤੂੰ ਸਿਆਣਾ ਹੋ। ਬੰਦੇ ਸੇ ਜੇ ਪਵੈ ਵਿੱਚ ਬੰਦੀ, ਦੇਖਣ ਕੋ ਦੀਦਾਰ। ਬੰਦੇ ਤਾਂ ਉਹ ਹੀ ਨੇ। ਮਾਰੇ ਕਹਿੰਦੇ ਵੀ ਸੰਤ ਭਗਤ ਇਹ ਉੱਚੀ ਉੱਚੀਆਂ ਗੱਲਾਂ ਬੜੀਆਂ ਪਰੇ ਪਰੇ ਦੂਰ ਦੀਆਂ, ਪਰ ਤੂੰ ਬੰਦਾ ਬਣ ਜਾ। ਬੰਦਾ ਕੌਣ ਹੈ? ਮਹਾਰਾਜ ਕਹਿੰਦੇ ਨੇ ਕਿ ਏਕ ਦ੍ਰਿਸ਼ਟ ਸਮਸਰ ਕਰ ਜਾਣੈ, ਬੰਦਾ ਕਹੀਐ ਸੋਈ। ਉਹੀ ਬੰਦਾ ਜਿਹੜਾ ਸਾਰਿਆਂ ਨੂੰ ਇੱਕੋ ਜਿਹੀ ਦ੍ਰਿਸ਼ਟੀ ਨਾਲ ਦੇਖਦਾ ਹੈ। ਉਹ ਕਈਆਂ ਨੂੰ ਤੇ ਆਪਣੇ ਭਰਾਵਾਂ ਦੇ ਵਿੱਚ ਵੀ ਦੁਸ਼ਮਣ ਦਿਸੀ ਜਾਂਦੇ। ਉਹ ਜਿਸ ਪਿਓ ਨੇ ਜਨਮ ਦਿੱਤਾ ਹੈ, ਜਿਸ ਮਾਂ ਨੇ ਕੁੱਖ ਦੇ ਵਿੱਚ ਰੱਖ ਕੇ ਪਾਲਿਆ ਹੈ, ਅੱਜ ਕੱਲ ਅਖਬਾਰਾਂ ਦੇ ਵਿੱਚ ਨਿਊਜ਼ਾਂ ਦੇ ਉੱਤੇ ਦੇਖੀ ਉਹ ਬੱਚੇ ਆਪਣੀਆਂ ਮਾਵਾਂ ਨੂੰ ਲੱਤਾਂ ਮਾਰ ਕੇ ਘਰਾਂ ਚੋਂ ਕੱਢਦੇ। ਪਰਮੇਸ਼ਰ ਨੂੰ ਵੇਖਣਾ ਤੇ ਬੜੇ ਦੂਰ ਦੀ। ਜਿਸ ਮਾਂ ਨੇ ਜੇ ਕਦੇ ਪਿਸ਼ਾਬ ਕਰਕੇ ਇੱਕ ਪਾਸਾ ਗਿੱਲਾ ਕਰਨਾ, ਦੂਜਾ ਕਰਨਾ, ਤੇ ਛਾਤੀ ਤੇ ਰੱਖ ਕੇ ਸਵਾਉਣਾ। ਤੇ ਭਾਈ ਗੁਰਦਾਸ ਨੇ ਇਸ ਗੱਲ ਦੀ ਬੜੀ ਲੰਮੀ ਵਾਰਤਾ ਲਿਖੀ ਹੈ, ਤੇ ਅਖੀਰ 'ਚ ਲਿਖਿਆ ਕਿ ਹੋਵੇ ਵਿਰਲਾ ਸਰਵਣ ਕੋਈ,
कोई ਲੱਖਾਂ ਦੇ ਵਿੱਚੋਂ ਕਰੋੜਾਂ ਦੇ ਵਿੱਚੋਂ ਇਹਦਾ ਜਿਹੜਾ ਮਾਤਾ ਪਿਤਾ ਦੇ ਨਾਲ ਪ੍ਰੇਮ ਕਰਦਾ, ਪੂਰੀ ਦੁਨੀਆ ਨਾਲ ਪ੍ਰੇਮ ਕਰਨਾ ਤੇ ਰਿਹਾ ਕਿਤੇ। सब जगत में झूठी देखी प्रीत, अपने सुख स्यों ही सब लागे, क्या दारा क्या मीत। ये सब आपो अपने लालच के अधीन हो के ये सारे कर्म हो रहे हैं। ते भगत जी कहते ने भी जे तू ये गण जान ली तो फिर दुरमत छड़ दे, गुर की मत तू ले आने, भगत बिना बहु डूबे सियाने। गुरु तो बिना, गुरु की भगती तो बिना बड़े वड्डे वड्डे जेडे सियाणे धनंतर, बड़े बड़े वड्डे जेडे जोगी सी, ब्रह्मा वर्गे विष्णु वर्गे, जिन्हां दी लोग अंग्यानपुणे विच ही पूजा करी जांदे, वो तक डोल गए। ये जिहड़ी सानू शरीर मिलिया ना, जिन्हों असीं पा के एक खंडे बाटे की पौल छा के धन हो जाना है, वो कहंदे भी इस देही को सिमरै देव, सो देही भज हर की सेव, भजो गोबिंद भूल मत जाओ, ते मानस जन्म का यही लाओ। इदां तू लाहा प्राप्त कर छड्डदा ते दुरमत नूं छड्ड दे। भगत कबीर जी बार बार ये बचन समझा रहे हन। घर बस काया गाओ। ते भगत कबीर जी कहंदे है भी जे तू सूरमा बनना ना, सूरमा जे बड़ा अपने आप नूं बलवान कहंदा है, ते अज अनाउंसमेंट भी इत्थे हुई है भी सत्कारयोग महापुरख ब्रह्म ज्ञानी सतपुरख बाबा निधान सिंह जी की बरसी इत्थे मनाई जानी है। भोग पैने ने हुणे 9 बजे। ते देखो साध संगत, जिथे शक्ति है उथे नाल दी नाल भगती भी है। शक्ति का घर है गुरु नानक का घर, कलगीधर पातशाह दी। इत्थे जिहड़े हजूरी सिंह है ना, ये सारे शक्तिमान ने, सारे एक तो एक। ते बड़े लोग ना इन्हां दे उत्ते बड़ा तर्क करते हैं भी जदों कदे जिहड़ियां संगतां होले महल्ले ते आईयां होण, इत्थे विसाखी ते आईयां होण, वो जदों इथों दा जाहो जलाल वेखदे आ, वो कहिंदे भी ये करदे की है। ये इन्हां हत्थां 'च किरपानां फड़ियां भज्जे जांदे, घोड़ियां दे उत्तों दी छालां मारदे, वो बंदे नूं बंदा ही नहीं समझदे। जे कोई आके अपनी नीति इत्थे अपनाउणी चाहे तो उन्होंने टापी जाते। गुरु की मर्यादा तो बाद किसी को नहीं समझते, क्योंकि प्रगटे हो खालसा परमात्मा की मौज। जे परमात्मा की मौज से प्रगट होया तो परमात्मा की मौज से इन्हें रहना है। वो असीं उत्थे ग्वालियर गए तो इत्थां ही 2-3 साल रहे साडे गुरदेव विद्या गुरु ज्ञानी हरदीप सिंह जी, तो असीं इत्थे बड़ा नज़दीक हो के सिंघां नूं देखिया। तो उन्होंने सानू पूछा भी कहते भी वो जोड़े दखनी सिंह आ, जोड़े तुहाडे उत्ते गुरु के हजूरी सिंह आ, उन्हों का की है जाहो जलाल जा किरपाना लैके भज पैंदे, गदका खेडते ते बड़ियां छालां मारते आ। ये कोई भजन बंदगी वाली गल तो नहीं। मैं क्या इन्हां दे भी ना वखरियां वखरियां कैटागरी होंदियां। एक तो हुंदे पुलसीए जिन्हां ने अमृत छक लिया, कच्चा पक्का जिहा काम रखिया, नितनेम कीता ना कीता, पुलिस वालियां वांगू भी कदे ड्यूटी दिती ना दिती, ड्यूटी ते सुते रहे, नितनेम का भी टाइम लंघ गया, कीर्तन का भी टाइम लंघ गया। ये तो हो गई एक पुलिसियां की ड्यूटी। फिर एक ड्यूटी हो गई फौजियां की, जिवें निहंग सिंह हो गए भी अपनी ड्यूटी पक्की देनी है, बई अपना पहरा भी पूरा नेम रखना है, बिना छुट्टी तो किते जाना नहीं, पक्का गुरु की हजूरी दे विच रहना ही रहना है। तो ये हो गए आर्मी वाले। ते तीजी हुंदी है कमांडो फोर्स। ये जिहड़ी कमांडो फोर्स हुंदी है ना, जिहड़ा गुरु जिहड़ा बादशाह हुंदा, एक कमांडो उहदे नाल रहिंदे, जिवें देश दा राजा होवे ना, उहदे नाल कमांडो फोर्स रहिंदी है। ते ये जिहड़े हजूरी सिख है ना, एक कमांडो फोर्स है। ये इन्हां दी जिहड़ी मशक्कत घाल कमाई भी है, ये उन्हां तों वधेरे है। वो कहिंदे भी तुसीं ना ये धक्के नाल ही मर्यादा थोप दिंदे भी दोवां हत्थां 'च लैके किरपाना घुमाओ, जे कदे छुट जे, अजे तक ते कदे छुट्टी नहीं। वेखण वाले डरी जाते हैं। खालसा इहो जिहा होना चाहे भी जे वो खालसा चाहे अखां कढ के एक बार वेखे तो वैरी का विचे पेशाब निकल। जिवें महाराजा रणजीत सिंह ने आख्या सी कि मैं आ गया उत्थों दरबार तो, ते आ तू मेरे नाल मुकाबला कर। जदों उन्हें ना ही सुनिया ना कि महाराजा रणजीत सिंह आया, तो वो इन्ने जे डर गया। जदों 12 मिसलों का भी इतिहास होंदा है, जदों उन्होंने पता लगा ना भी जस्सा सिंह आलोवाली है, सरदार बघेल सिंह बेअंत सिख होए ने, इन्हां दा जदों वो नाम ही सुन लैंदे सी ना,
ਤੇ ਉਹ ਵੱਡੇ ਵੱਡੇ ਪਠਾਨ ਸੀਗੇ, ਉਹ ਡਰਦੇ ਮਾਰੇ ਭੱਜ ਜਾਂਦੇ ਸੀ। ਤੇ ਸਾਧ ਸੰਗਤ ਅੱਜ ਦਾ ਜਿਹੜਾ ਦਿਨ ਹੈ ਨਾ 15 ਅਗਸਤ, ਜਿਹਨੂੰ ਭਾਰਤ ਵਰਸ਼ ਦੇ ਵਿੱਚ ਆਜ਼ਾਦੀ ਦਾ ਦਿਨ ਮੰਨਿਆ ਜਾਂਦਾ ਹੈ, ਇਸ ਸਮੇਂ ਦੇ ਵਿੱਚ ਸਿੱਖਾਂ ਦਾ ਤੇ ਕੋਈ ਆਜ਼ਾਦੀ ਦਾ ਦਿਨ ਨਹੀਂ। ਸਿੱਖ ਤਾਂ ਗੁਰੂ ਦੇ ਹੁਕਮ ਦੇ ਵਿੱਚ ਹੀ ਆਜ਼ਾਦ ਹੈ। ਖਾਲਸੇ ਦੀ ਤਾਂ ਇਹ ਸਾਰੀ ਦੁਨੀਆ ਹੀ ਹੈ। ਜਿੱਥੇ ਖਾਲਸਾ ਜਾਵੇ, ਜਿਹੜੇ ਅੰਗਰੇਜ਼ਾਂ ਨੇ ਕਿਸੇ ਟਾਈਮ ਤੇ ਸਾਨੂੰ ਆ ਕੇ ਗੁਲਾਮ ਬਣਾਇਆ, ਸਾਨੂੰ ਅਧੀਨ ਰੱਖਿਆ, ਅੱਜ ਜਾ ਕੇ ਖਾਲਸਾ ਉਹਨਾਂ ਤੇ ਰਾਜ ਕਰ ਰਿਹਾ। ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਪਰ ਕਦੋਂ ਤੱਕ? ਗੁਰੂ ਪਾਤਸ਼ਾਹ ਨੂੰ ਪੁੱਛ ਲਈਏ। ਮਹਾਰਾਜ ਕਹਿੰਦੇ ਨੇ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਮਹਾਰਾਜ ਕਹਿੰਦੇ ਨੇ ਵੀ ਜਦੋਂ ਤੱਕ ਖਾਲਸਾ ਦੁਨੀਆ ਨਾਲੋਂ ਵੱਖਰਾ ਹੈ, ਜਦੋਂ ਵੱਖਰਾ ਹੀ ਦਿਖ ਜਾਂਦਾ ਵੀ ਇਹ ਕੋਈ ਖਾਲਸਾ ਹੈ, ਤੇ ਇਹਨੇ ਕੁਝ ਨਾ ਕੁਝ ਵੱਖਰਾ ਕਰ ਦੇਣਾ। ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ, ਉਹ ਸੰਸਾਰੀ ਬੰਦਿਆਂ ਦਾ ਤੇ ਭਗਤਾਂ ਦਾ ਨਹੀਂ ਜੋੜ ਆਉਂਦਾ, ਕਦੇ ਵੀ ਨਹੀਂ ਆਪਸ ਵਿੱਚ ਇੱਕਮਿਕ ਹੁੰਦਾ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਮਹਾਰਾਜ ਕਹਿੰਦੇ ਮੈਂ ਆਪਣਾ ਪੂਰਾ ਸਰੂਪ ਹੀ ਖਾਲਸੇ ਨੂੰ ਦੇ ਦਿੱਤਾ ਹੈ। ਤੇ ਫਿਰ ਜਦੋਂ ਕੋਈ ਕਲਗੀਧਰ ਪਾਤਸ਼ਾਹ ਦੇ ਖਾਲਸੇ ਦੇ ਦਰਸ਼ਨ ਕਰੇ, ਤੇ ਜਿਹਦੇ ਮਨ ਦੇ ਵਿੱਚ ਮੈਲ ਹੋਵੇ, ਜਿਹੜਾ ਕੋਈ ਖਾਲਸੇ ਨੂੰ ਨੁਕਸਾਨ ਕਰਨਾ ਆਉਂਦਾ ਹੋਵੇ, ਤੇ ਫਿਰ ਉਹਨੂੰ ਡਰ ਆਉਣਾ ਵੀ ਜ਼ਰੂਰੀ ਹੈ ਨਾ। ਜਿਵੇਂ ਨਾਰਦ ਮੁਨੀ ਨੂੰ ਸੇਖਨਾਗ ਨੇ ਪੁੱਛਿਆ ਵੀ ਲੋਕ ਮੇਰੇ ਤੋਂ ਬੜਾ ਡਰਦੇ, ਕੋਈ ਲਾਗੇ ਨਹੀਂ ਆਉਂਦਾ, ਮੇਰੇ ਤੋਂ ਦੂਰ ਹੀ ਭੱਜ ਜਾਂਦੇ। ਉਹ ਕਹਿੰਦਾ ਵੀ ਤੂੰ ਲੋਕਾਂ ਨੂੰ ਫਿਰ ਡੰਗਿਆ ਨਾ ਕਰ, ਸੁਭਾਅ ਛੱਡ ਦੇ, ਆਪਣਾ ਬਦਲ ਲਾ। ਉਹ ਕਹਿੰਦਾ ਜੀ ਠੀਕ ਆ। ਉਹਨੇ ਸੁਭਾਅ ਬਦਲ ਲਿਆ। ਹੁਣ ਸ਼ੇਸ਼ਨਾਗ ਜੀ ਤੁਰੇ ਫਿਰਦੇ ਨੇ, ਉਹ ਇਧਰੋਂ ਆਵੇ ਕੋਈ ਲੱਤ ਮਾਰ ਜੇ, ਕੋਈ ਇਧਰੋਂ ਆਵੇ ਲੱਤ ਮਾਰ ਜੇ, ਜਵਾਕ ਹੱਥਾਂ 'ਚ ਹੀ ਫੜ ਕੇ ਖੇਡੀ ਜਾਣ। ਸ਼ੇਸ਼ਨਾਗ ਵਿਚਾਰਾ ਕੰਧਾਂ 'ਚ ਵੱਜ ਕੇ ਨਿਆਣਿਆਂ ਦੇ ਗਲਾਂ 'ਚ ਖੇਡ ਕੇ ਉਹਦਾ ਬੁਰਾ ਹਾਲ ਹੋ ਗਿਆ। ਨਾਰਦ ਮੁਨੀ ਜੀ ਨੂੰ ਪੁਕਾਰ ਕੀਤੀ ਉਹਨੇ। ਫਿਰ ਨਾਰਦ ਮੁਨੀ ਜੀ ਆਏ, ਸ਼ੇਸ਼ਨਾਗ ਜੀ ਕੀ ਗੱਲ, ਬੜੀ ਮਾੜੀ ਹਾਲਤ ਹੋ ਗਈ। ਕਹਿੰਦਾ ਮਹਾਰਾਜ ਤੁਸੀਂ ਆਖਿਆ ਵੀ ਡੰਗ ਮਾਰਨਾ ਛੱਡ ਦੇ, ਤੂੰ ਇਹਨਾਂ ਨੂੰ ਡੰਗਣਾ ਛੱਡ ਦੇ, ਤੇ ਤੇਰੇ ਨਾਲ ਪ੍ਰੇਮ ਕਰਨ ਲੱਗ ਪਏ ਨੇ। ਮਹਾਰਾਜ ਮੈਨੂੰ ਕੰਧਾਂ 'ਚ ਮਾਰ ਮਾੜਾ ਹਾਲ ਇਹਨਾਂ ਕਰਤਾ। ਉਹ ਨਾਰਦ ਮੁਨੀ ਜੀ ਕਹਿਣ ਲੱਗੇ, ਸ਼ੇਸ਼ਨਾਗ ਜੀ ਤੁਹਾਨੂੰ ਇਹ ਕਿਹਾ ਸੀ ਵੀ ਡੰਗ ਨਾ ਮਾਰੋ, ਪਰ ਘੱਟੋ ਘੱਟ ਆਪਣਾ ਫੂਫਾਰ ਦੇ ਜਾਰੀ ਰੱਖੋ, ਥੋੜਾ ਆਪਣਾ ਰੋਬ ਦੇ ਬਣਾ ਕੇ ਰੱਖੋ। ਤੇ ਖਾਲਸੇ ਦਾ ਰੋਬ ਕੀ ਹੈ, ਖਾਲਸੇ ਦੀ ਗੋਤ ਕੀ ਹੈ, ਸਿੰਘਾਂ ਦੀ ਜਾਤ ਕੀ ਹੈ, ਸਿੰਘਾਂ ਦੀ ਪਾਤ ਕੀ ਹੈ। ਰਤਨ ਸਿੰਘ ਭੰਗੂ ਨੇ ਲਿਖਿਆ, ਉਹ ਕਹਿੰਦਾ ਵੀ ਜਾਤ ਗੋਤ ਸਿੰਘਨ ਕੀ ਦੰਗਾ। ਸਿੰਘਾਂ ਦੀ ਜਿਹੜੀ ਜਾਤ ਆ ਤੇ ਜਿਹੜੀ ਗੋਤ ਆ ਨਾ, ਉਹ ਆ ਦੰਗਾ। ਵੀ ਜਿੱਥੇ ਵੀ ਖਾਲਸਾ ਜਾਵੇ, ਸਿੰਘ ਜਾਣ ਤੇ ਉੱਥੇ ਭਾਈ ਦੰਗਾ ਕਰਦੇ ਹੋ, ਉੱਥੇ ਗਤਕਾ ਖੇਡਦੇ ਹੋ, ਨਾਜੇਬਾਜ਼ੀ ਕਰਦੇ ਹੋ, ਵੀ ਜਿਹੜਾ ਦੁਸ਼ਮਣ ਆ ਉਹ ਤੁਹਾਡਾ ਨਜ਼ਾਰਾ ਵੇਖ ਕੇ ਪਾਵੇ। ਜਾਤ ਗੋਤ ਸਿੰਘਨ ਕੀ ਦੰਗਾ, ਤੇ ਦੰਗਾ ਹੀ ਸਤਿਗੁਰ ਤੇ ਮੰਗਾ। ਉਹ ਦੰਗਾ ਹੀ ਮੰਗਿਆ। ਇਸ ਕਰਕੇ ਇਹ ਜਿਹੜਾ ਅੱਜ ਦਾ ਦਿਨ ਸੀ ਨਾ 47 ਵਾਲਾ ਆਜ਼ਾਦੀ ਦਾ ਦਿਨ, ਜਿਹਨੂੰ ਮੰਨਦੇ ਆ ਲੋਕ, ਤੇ 84 ਦਾ, ਇਹ ਸਾਰੇ ਜੇ ਸਿੱਖਾਂ ਨੇ ਵੇਖੇ ਆ ਨਾ, ਤੇ ਉਹ ਅਸੀਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਸੀ ਕਿ ਬਿਨਾਂ ਸ਼ਸਤਰ ਨਰੋਂ ਭੇਡ ਜਾਨੋ, ਵੀ ਬਿਨਾਂ ਸ਼ਸਤਰਾਂ ਤੋਂ ਜਿਹੜਾ ਮੇਰਾ ਸਿੰਘ ਹੈ ਉਹ ਭੇਡ ਦਾ ਰੂਪ ਹੈ, ਸ਼ਸਤਰਾਂ ਤੋਂ ਬਿਨਾਂ। ਕਿਉਂਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਤੇ ਧਰਮ ਬਿਨਾ ਨੇ ਰਾਜ ਚਲੇ, ਤੇ ਰਾਜ ਬਿਨਾ ਸਭ ਦਲੇ ਮਲੇ ਹੈ। ਜਿੰਨਾ ਚਿਰ ਤੱਕ ਧਰਮ ਨਹੀਂ ਮਨੁੱਖ ਦੇ ਪੱਲੇ, ਉਹਨਾਂ ਚਿਰ ਤੱਕ ਰਾਜਾ ਹੈ ਜਿਹੜਾ ਉਹ ਪਾਪੀ ਹੋ ਜਾਵੇਗਾ। ਤੇ ਜਦੋਂ ਭਗਤੀ ਤੇ ਸ਼ਕਤੀ ਦੋਵੇਂ ਰਲ ਗਈਆਂ, ਉਦੋਂ ਚੜ੍ਹਦੀ ਕਲਾ ਹੈ। ਹੁਣ ਇੱਥੇ ਭਗਤੀ ਸ਼ਕਤੀ ਦੋਵੇਂ ਆ। ਉੱਥੇ ਨਾਮ ਦਾ ਪਹਿਰਾ ਚੱਲਦਾ ਲੰਗਰ ਸਾਹਿਬ ਬਾਬੇ ਨਿਧਾਨ ਸੋਹਣਾ ਦੇ ਸਥਾਨ ਤੇ, ਨਾਮ ਬਾਣੀ ਚੱਲੀ ਜਾਂਦੀ ਹੈ, ਆਈਆਂ ਗਈਆਂ ਸੰਗਤਾਂ ਦੀ ਸੇਵਾ ਹੋਈ ਜਾਂਦੀ ਹੈ, ਲੰਗਰ ਛਕਾਈ ਜਾਂਦੇ ਨੇ, ਨਾਮ ਜਪਾਈ ਜਾਂਦੇ ਆ। ਤੇ ਜਦੋਂ ਇੱਧਰ ਨੂੰ ਹੱਲਾ ਲੈ ਕੇ ਆਉਂਦੇ ਆ, ਉਧਰ ਜਾਂਦੇ ਤੇ ਮਾਲਾ ਹੀ ਮਾਲਾ ਦਿਸਦੀਆਂ, ਤੇ ਜਦੋਂ ਇੱਧਰ ਹਜੂਰੀ ਸਿੰਘਾਂ ਦੇ ਕੋਲ ਆਉਂਦੇ ਤੇ ਕਿਰਪਾਨਾਂ ਹੀ ਕਿਰਪਾਨਾਂ ਦਿਸਦੀਆਂ। ਭਾਵ ਕੀ ਵੀਰ ਰਸ ਵੀ ਹੈ ਤੇ ਬੰਦਗੀ ਦਾ ਰਸ ਵੀ ਹੈ, ਦੋਵੇਂ ਹੀ ਜ਼ਰੂਰੀ ਨੇ। ਉਸ ਵੇਲੇ ਮਹਾਂਪੁਰਖ ਸਤਿਪੁਰਖ ਬਾਬਾ ਨਿਧਾਨ ਸਿੰਘ ਜੀ ਇਸ ਸਥਾਨ ਤੇ ਆਏ। ਉਹਨਾਂ ਦਾ ਇਤਿਹਾਸ ਆਪ ਜੀ ਨੇ ਸੁਣਿਆ ਵੀ ਕਿਵੇਂ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਦਰਸ਼ਨ ਦਿੱਤੇ। ਤਾਂ ਕਿਹਾ ਮਹਾਰਾਜ ਮੈਂ ਕਿਵੇਂ ਭੋਜਨ ਛਕਾਵਾਂ ਸਾਰਿਆਂ ਨੂੰ। ਮਹਾਰਾਜ ਨੇ ਕਿਹਾ ਵੀ ਤੂੰ ਨਹੀਂ ਛਕਾਉਣਾ, ਖੀਸਾ ਤੇਰਾ ਹੈ, ਪਰ ਉਸ ਖੀਸੇ ਦੇ ਉੱਤੇ ਜਿਹੜਾ ਹੱਥ ਆ ਨਾ ਨਿਧਾਨ ਸਿੰਘ, ਉਹ ਮੇਰਾ ਹੈ। ਖਾਵੋ ਖਰਚੋ ਰਲ ਮਿਲ ਭਾਈ, ਤੇ ਤੋਟ ਨਾ ਆਵੇ ਵੱਧ ਦੋ ਜਾਈ। ਭਾਵ ਵੀ ਉਹਨਾਂ ਸ੍ਰੀ ਗੁਰ ਬਚਨ ਕਮਾਏ ਜਿਨ,
ਜੀਤੇ ਪੰਜ ਵਿਕਾਰ, ਜਿਨ੍ਹਾਂ ਨੇ ਉਹ ਪੰਜੇ ਵਿਕਾਰਾਂ ਮਨ ਦੇ ਉੱਤੇ ਕਾਬੂ ਪਾ ਲਿਆ, ਐਸੇ ਸਨ ਉਹ ਮਹਾਂਪੁਰਖ ਸਤਿਪੁਰਖ। ਉਹਨਾਂ ਦੇ ਜੀਵਨ ਦੇ ਬਾਰੇ ਤਾਂ ਕੀ ਹੈ, ਕਹਿੰਦੇ ਵੀ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਤਾਂ ਦੇਖ ਕੇ ਹੀ ਪ੍ਰਵਾਨਗੀ ਹੈ, ਆਪ ਸਭ ਦੇਖ ਹੀ ਰਹੇ ਹੋ। ਆਓ ਭਗਤ ਜੀ ਦੇ ਇਸ ਸ਼ਬਦ ਦੇ ਵਿੱਚ ਦੱਸ ਰਹੇ ਹੈ ਵੀ ਦੁਰਮਤ ਨੂੰ ਛੱਡ ਕੇ ਸੂਰਮਾ ਬਣ ਜਾ ਐਸਾ ਵੀ ਚੜ੍ਹਦੀ ਕਲਾ ਦੇ ਵਿੱਚ ਰਹਿ, ਨਾਮ ਦੇ ਨਾਲ ਜੁੜ ਜਾ, ਗੁਰੂ ਕੀ ਬਾਣੀ ਦੇ ਨਾਲ ਜੁੜ ਜਾ। ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਉ। ਹਾਂ, ਸੂਰਾ ਤੇਰਾ, ਸੂਰਮਾ ਤੇਰਾ ਨਾਮ ਹੈ, ਤੇ ਤੂੰ ਰਣ ਦੇ ਵਿੱਚੋਂ ਭੱਜ ਨਾ। ਜੇ ਕੋਈ ਵਿਕਾਰ ਆਉਂਦਾ ਤੇ ਗੁਰੂ ਕੀ ਬਾਣੀ ਲੈ, ਗੁਰੂ ਕਾ ਨਾਮ ਜਪ। ਜੇ ਕੋਈ ਵੈਰੀ ਵੀ ਸਾਹਮਣੇ ਆ ਜਾਂਦਾ ਤੇ ਸੂਰਾ ਸੋ ਪਹਿਚਾਨੀਏ। ਜਿਹੜੇ ਮੈਦਾਨ ਛੱਡ ਕੇ ਭੱਜ ਜਾਂਦੇ ਉਹਨਾਂ ਨੂੰ ਬੁੱਝਦੇ ਲੱਗ ਆ ਜਾਂਦਾ, ਸੂਰਮੇ ਨਹੀਂ ਆਖਿਆ ਜਾਂਦਾ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਉਹ ਕਦੇ ਵੀ ਖੇਤ ਨਹੀਂ ਛੱਡਦੇ। ਉਹ ਜਿਹੜੇ ਬੰਦੇ ਇਹ ਗੱਲ ਹੀ ਕਹਿੰਦੇ ਵੀ ਸਾਡਾ ਤੇ ਮਨ ਹੀ ਨਹੀਂ ਟਿਕਦਾ, ਭਾਈ ਤੁਸੀਂ ਸੂਰਮੇ ਹੋ, ਇਸ ਮਨ ਨੂੰ ਜਿੱਤਣਾ ਹੈ, ਇਹਨਾਂ ਪੰਜਾਂ ਵਿਕਾਰਾਂ ਨੂੰ ਜਿੱਤਣਾ ਹੈ। ਤੇ ਜੇ ਇਸ ਛੋਟੇ ਜਿਹੇ ਮਨ ਤੋਂ ਤੁਸੀਂ ਹਾਰ ਕੇ ਚਲੇ ਗਏ ਤਾਂ ਫਿਰ ਤੁਸੀਂ ਕੋਈ ਸੂਰਮੇ ਨਹੀਂ ਹੈਗੇ, ਫਿਰ ਤੁਹਾਡਾ ਕੋਈ ਚੜ੍ਹਦੀ ਕਲਾ ਵਾਲੀ ਗੱਲ ਨਹੀਂ। ਬੜੇ ਮਹਾਂਪੁਰਖਾਂ ਦੇ ਚੜ੍ਹਦੀ ਕਲਾ ਵਾਲੇ ਜੀਵਨ ਹੈ। ਗੁਰੂ ਕਲਗੀਧਰ ਦੀ ਬਾਣੀ ਬੜੀ ਚੜ੍ਹਦੀ ਕਲਾ ਵਾਲੀ ਹੈ। ਗੁਰੂ ਕਲਗੀਧਰ ਪਾਤਸ਼ਾਹ ਦੀ ਜਿਹੜੀ ਕਿਰਪਾ ਦਾ ਅਧੀਨ ਜੇ ਹੋ ਕੇ ਬੰਦਾ ਗੁਰੂ ਕੀ ਮਰਿਆਦਾ ਨੂੰ ਕਮਾ ਲਵੇ ਤਾਂ ਸਾਧ ਸੰਗਤ ਜ਼ਿੰਦਗੀ ਦੇ ਉੱਤੇ ਚਾਰ ਚੰਨ ਲੱਗ ਜਾਂਦੇ ਹੈ। ਇਸ ਕਰਕੇ ਆਪਾਂ ਸਾਰੇ ਹੀ ਖੰਡੇ ਬਾਟੇ ਦੀ ਪੌਲ ਛਕੀਏ, ਤਾਂ ਪੌਲ ਛਕ ਕੇ ਗੁਰੂ ਵਾਲੇ ਬਣੀਏ, ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਦੂਰ ਦਰਾਡਿਆਂ ਤੋਂ ਆਪ ਸਭ ਚੱਲ ਕੇ ਆਏ ਹੋ, ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਕਲਗੀਧਰ ਪਾਤਸ਼ਾਹ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖ ਜਾਂ ਉਤਰੇ ਮਨ ਕੀ। ਮਾਰੇ ਤੂੰ ਸਾਡੇ ਮਨ ਦੀ ਭੁੱਖ ਮਿਟਾ ਦੇ। ਕਿਆ ਨਹੀਂ ਸਾਚੇ ਸਾਹਿਬਾ, ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਹੈ ਸੋ ਪਾਵੇ। ਜੋ ਮੰਗੈ ਠਾकुर ਆਪਣੇ ਤੇ ਸੋਈ ਸੋਈ ਦੇਵੇ। ਪਰ ਸਾਰਾ ਕੁਝ ਮੰਗਦਿਆਂ ਨਾਲ ਗੁਰੂ ਤੋਂ ਗੁਰੂ ਦੀ ਸਿੱਖੀ, ਗੁਰੂ ਦਾ ਨਾਮ ਮੰਗ ਲਈਏ। ਸਾਧ ਸੰਗਤ ਜਿੱਥੇ ਗੁਰੂ ਦੀ ਸਿੱਖੀ ਆ ਜਾਵੇ, ਗੁਰੂ ਦਾ ਨਾਮ ਆ ਜਾਵੇ, ਗੁਰੂ ਕੀ ਬਾਣੀ ਤੇ ਬਾਣਾ ਆ ਜਾਵੇ, ਉੱਥੇ ਸਾਰਾ ਕੁਝ ਹੀ ਆ ਜਾਂਦਾ ਹੈ। ਇੰਨੀਆਂ ਅਰਜ਼ਾਂ ਬੇਨਤੀਆਂ ਪ੍ਰਵਾਨ ਕਰਨੀਆਂ। ਬਾਣੀ ਦੀਆਂ ਅਖੀਰਲੀਆਂ ਤੁਕਾਂ ਸਰਵਣ ਕਰੋ ਜੀ। ਯਈਆ ਜੋ ਜਾਣਹਿ ਤਾ ਦੁਰਮਤ ਹਨ, ਕਰ ਬਸ ਕਾਇਆ ਗਾਓ। ਰਣ ਰੂਤੋ ਭਾਜਾ ਨਹੀਂ, ਸੂਰੋ ਥਾਰੋ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अविनाश, हे संतन हे सर्व मैं दुख भंजन गुणतास। संगी हे निरंकार निर्गुण हव टेक, हे संतन हे गुण निदान को सदा विवेक। अपरंपर हर हरे है पी होवन हार, संता के सदा संग ने धारा आधार। हे ठाकुर हों दासरो मैं निर्गुण गुण नहीं कोई, नानक दीजै नाम दा राखो ही परोए। प्रभ शरणागति कृपा निध दयाल, एक अखर हर मन बस्त नानक होत निहाल। वाहिगुरु नाम जहाज चढ़े सुपुत्र पार, जो श्रद्धा कर सेंदे गुर पाए। कथा निता प्रात होत है, सुनो ससिंह सुजान। नानक गुरु गोविंद सिंह जी सदा करा कल्याण। नानक गुरु गोविंद सिंह जी सदा करा कल्याण।